प्यारी साध संगत जी राधा माग मजन संग साधुआ तूड़ी कर स्नान हर का नाम ते आए सुन सदनानो कर दान प्यारी साध संगत जी राधा अज संगरांद का दिन है। पंजवीं पातशाही श्री गुरु अर्जुन देव महाराज जी का 12 माह जिस विचों अज का महीना ਅਤੇ ਉਸ ਦਾ ਸਤਸੰਗ ਅੱਜ ਆਪ ਦੀ ਸੇਵਾ 'ਚ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਵੀ 12 ਮਾਹ ਮਿਲਦਾ ਹੈ, ਲੇਕਿਨ ਰਿਵਾਜ 12 ਮਾਹ ਸੰਗਰਾਂਦ ਉੱਤੇ ਸੁਣਾਉਣ ਦਾ ਪ੍ਰਚਲਿਤ ਰਿਵਾਜ ਜਿਹੜਾ ਹੈ ਉਹ ਪੰਜਵੀਂ ਪਾਤਸ਼ਾਹੀ ਦਾ ਹੀ ਲਿਆ ਜਾਂਦਾ ਹੈ। फिर ये क्यों लिया जाता है इस बारे पहला भी दसिया है कि ये 12 माह जिहड़ा लिखिया गया है ये सिर्फ इस दे तह थले गुरु का दर्शन और गुरु का सत्संग जिहड़ा है ये इस दे तह थले काम कर रहा है। संगत उस समय की की ते अज दे समय की की संगत परमार्थ के वास्ते गुरु दर्शन वास्ते समा नहीं कटती। फिर गुरु साहबा ने भी संबंध दसिया कि गुरु का और सिख का संबंध जिहड़ा है किहो जिहा होना चाहिए। तो उस समय जिस वक्त ये 12 माह लिखिया गया उस वक्त भी संगत दे विच ये गुरु साहब के अगे प्रश्न रखा गया कि हे सतगुरु बाणी तो तुसी इकट्ठी कर ही दिती है, जे असी घर बैठ के ही पढ़ लिया करिए रोज की आवाजाही नाल काम दे विच विघन पैंदा है तां की फर्क पैंदा है। तो उस वक्त गुरु साहब ने उन्होंने इस चीज की अहमियत दसी कि सत्संग और गुरु दे विच की विशेषता है, किस वास्ते इत्थे आउणा पैंदा है। तो गुरु के जब असीं दर्शन करते हाँ तो गुरु के दर्शन करन दे नाल ही साडे अंदर एक ऐसी लहर दौड़ जाती है जिस लहर सदका साडे अंदर कुदरती तौर पे मालक के भजन करने का शौक जाग जाता है। बड़ी सुंदर मिसाल है कि अगर कोई आदमी पाले का ठरिया होया होवे ਤਾਂ ਉਸ ਨੂੰ ਅੱਗ ਬਲਦੀ ਜਿਹੜੀ ਹੈ ਉਹ ਦੂਰੋਂ ਨਜ਼ਰ ਆ ਜਾਵੇ ਕਿ ਬੜੀਆਂ ਲਾਟਾਂ ਨਿਕਲ ਰਹੀਆਂ ਨੇ, ਅੱਗ ਬਲ ਰਹੀ ਹੈ। ਜਿਸ ਵਕਤ ਉਹ ਅੱਗ ਦੇ ਸਰੂਪ ਦਾ ਧਿਆਨ ਕਰਦਾ ਹੈ ਹਾਲਾਂ ਉਹ ਅੱਗ ਦੇ ਲਾਗੇ ਨਹੀਂ ਜਾਂਦਾ ਤਾਂ ਵੀ ਉਸ ਦੇ ਅੰਦਰ ਦਰਸ਼ਨ ਕਰਨ ਦੇ ਨਾਲ ਹੀ ਅੱਗ ਦੇ ਨਾਲ ਉਸ ਦੇ ਅੰਦਰ ਉਹਨੂੰ ਨਿੱਘ ਪ੍ਰਤੀਤ ਹੋਣਾ ਜਿਹੜਾ ਹੈ ਸ਼ੁਰੂ ਹੋ ਜਾਂਦਾ ਹੈ। ਜਦੋਂ ਅੱਗ ਦੇ ਲਾਗੇ ਚਲੇ ਜਾਵੇ फिर तो निग जरूर ही आ जाता है। जिहड़ा सतगुर का जमाल है सतगुर का जलाल है अगर सिख आके उसके दर्शन करता है सिख की सच्ची प्रीत सतगुर नाल है उसका सब पासे वालों मन चुकिया जाता है और उस वेले उसका भजन सिमरन के वास्ते शौक जाग जाता है। इस वास्ते गुरु दर्शन की बड़ी अहमियत दसी है। पिछे जहे संगत नूं कबीर साहब का भी शब्द सुनाया गया सी जिस विच कबीर साहब अगे भी प्रश्न होया तो कबीर साहब ने पूछा गया कबीर साहब पासों कि गुरु का दर्शन जिहड़ा है वो कितनी बारी करना चाहिए है।
ਤਾਂ ਕਬੀਰ ਸਾਹਿਬ ਨੇ ਉਸ ਸ਼ਬਦ ਵਿੱਚ ਦੱਸਿਆ ਸੀ ਕਿ ਦਿਹਾੜੀ ਵਿੱਚ ਜਿੰਨੀ ਵਾਰੀ ਸਮਾਂ ਮਿਲ ਜਾਏ ਓਨੀ ਵਾਰੀ ਦਰਸ਼ਨ ਕਰਨਾ ਚਾਹੀਦਾ, ਬਾਰ-ਬਾਰ ਦਰਸ਼ਨ ਕਰਨਾ ਚਾਹੀਦਾ ਹੈ। ਇਹ ਸਿੱਖ ਦੇ ਵਿੱਚ ਗੁਣ ਹੋਣਾ ਚਾਹੀਦਾ ਹੈ। ਪਰ ਸਿੱਖ ਨਿਗਰਿਆ ਹੋਇਆ ਸੀ, ਉਹ ਸੋਚਦਾ ਹੈ ਇਹ ਕੰਮ ਮੁਸ਼ਕਿਲ ਹੈ, ਬਾਰ-ਬਾਰ ਕਿਹੜਾ ਮਗਰ ਭੱਜਾ ਫਿਰੇ ਦਰਸ਼ਨ ਕਰਨ ਵਾਸਤੇ, ਜਦੋਂ ਇੱਕ ਵਾਰੀ ਕਰ ਲਿਆ ਥੋੜਾ ਨਹੀਂ। ਇਹ ਚੀਜ਼ ਜਿਹੜੀ ਹੈ ਸਿੱਖ ਦੇ ਅੰਦਰ, ਉਸ ਦੀ ਅਜੇ ਆਤਮਿਕ ਸ਼ਕਤੀ ਜਾਗੀ ਨਹੀਂ ਹੈ। ਜਿਸ ਚੀਜ਼ ਨਾਲ ਪਿਆਰ ਹੋਵੇ, ਬਾਹਰ ਮੁਖੀ ਵੀ ਕਿਸੇ ਨਾਲ ਪਿਆਰ ਪਿਆਇਆ ਹੋਵੇ, ਤਾਂ ਉਹਦੇ ਦਰਸ਼ਨਾਂ ਤੋਂ ਦਿਲ ਕਦੀ ਨਹੀਂ ਰੱਜਦਾ, ਘੜੀ ਮੁੜੀ ਉਸ ਦੇ ਦਰਸ਼ਨ ਕਰਨ ਨੂੰ ਦਿਲ ਕਰਦਾ ਹੈ। ਜੇ ਸਤਿਗੁਰ ਨਾਲ ਸੱਚਾ ਪਿਆਰ ਹੋਵੇ ਤਾਂ ਸਿੱਖ ਸਤਿਗੁਰ ਦੇ ਦਰਸ਼ਨਾਂ ਨਾਲ ਤ੍ਰਿਪਤੀ ਨਹੀਂ ਹੁੰਦਾ। ਫਿਰ ਗੁਰੂ ਉੱਥੇ ਕਬੀਰ ਸਾਹਿਬ ਨੇ ਦੱਸਿਆ ਬਾਰ-ਬਾਰ ਦਰਸ਼ਨ ਕਰਨਾ ਚਾਹੀਦਾ ਹੈ। ਫਿਰ ਹੱਥ ਜੋੜ ਕੇ ਸਵਾਲ ਕਰਦਾ ਹੈ ਕਿ ਮਹਾਰਾਜ ਜੇ ਬਾਰ-ਬਾਰ ਨਾ ਹੋ ਸਕੇ ਫਿਰ ਕਹਿੰਦੇ ਫਿਰ ਦਿਨ ਵਿੱਚ 2 ਵਾਰ ਤਾਂ ਜ਼ਰੂਰ ਕਰਨਾ ਚਾਹੀਦਾ। ਕਹਿੰਦਾ ਜੀ ਭਲਾ ਜੇ 2 ਵਾਰ ਵੀ ਨਾ ਹੋ ਸਕੇ ਤਾਂ ਕਹਿੰਦੇ ਫਿਰ 1 ਵਾਰ ਕਰ ਲੈ। ਸੋਚ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ 1 ਵਾਰੀ ਵੀ ਨਾ ਹੋਵੇ ਫਿਰ ਕਹਿੰਦੇ ਹਰ ਦੂਸਰੇ ਦਿਨ ਕਰ ਲਿਆ ਕਰੇ। ਕਹਿੰਦੇ ਜੀ ਭਲਾ ਜੇ ਦੂਜੇ ਦਿਨ ਵੀ ਨਾ ਹੋਣ, ਕਹਿੰਦੇ ਫਿਰ ਤੀਜੇ ਕਰ ਲਿਆ ਕਰੇ, ਚੌਥੇ ਕਰ ਲਿਆ ਕਰੇ। ਸੋਚਦਾ ਹੈ ਅਜੇ ਮੇਰੇ ਟਿਕਾਣੇ ਦੀ ਗੱਲ ਨਹੀਂ ਆਈ, ਜਿਹੜੀ ਮੈਂ ਚਾਹੁੰਦਾ ਅਜੇ ਉਹ ਗੱਲ ਨਹੀਂ ਆਈ। ਕਹਿੰਦਾ ਭਲਾ ਜੇ ਤੀਜੇ ਚੌਥੇ ਵੀ ਨਾ ਸੱਚੇ ਪਾਤਸ਼ਾਹ ਦਰਸ਼ਨ ਹੋਣ ਤਾਂ ਕਹਿੰਦੇ ਹਫ਼ਤੇ ਪਿੱਛੋਂ ਕਰ ਲਿਆ ਕਰੇ। ਕਹਿੰਦਾ ਇਹ ਵੀ ਛੇਤੀ ਕੰਮ ਹੀ ਹੈ। ਕਹਿੰਦਾ ਭਲਾ ਜੇ ਹਫ਼ਤੇ ਪਿੱਛੋਂ ਵੀ ਨਾ ਕਰ ਸਕੇ ਜੀ ਤੇ ਕਹਿੰਦੇ ਫਿਰ 15 ਦਿਨ ਹੀ ਕਰ ਲਿਆ ਕਰੇ। ਭਲਾ ਜੇ 15 ਦਿਨ ਵੀ ਨਾ ਕਰ ਸਕੇ ਫਿਰ ਕੀ ਕਰੇ? ਕਹਿੰਦੇ ਫਿਰ ਮਹੀਨੇ ਪਿੱਛੋਂ ਕਰ ਲਿਆ ਕਰੇ। ਕਹਿੰਦਾ ਅੱਛਾ ਵੇਖੀ ਤੇ ਸਹੀ ਇਹ ਡੋਰ ਕਿੱਥੋਂ ਤੱਕ ਢਿੱਲੀ ਛੱਡਦੇ ਨੇ। ਕਹਿੰਦੇ ਨੇ ਭਲਾ ਜੇ ਮਹੀਨੇ ਪਿੱਛੋਂ ਵੀ ਨਾ ਕਰ ਸਕੇ ਤੇ ਕਹਿੰਦੇ ਫਿਰ 6 ਮਹੀਨੇ ਕਰ ਲਿਆ ਕਰੇ। ਤੇ ਕਹਿੰਦੇ ਜੇ 6 ਮਹੀਨੇ ਵੀ ਨਾ ਕਰ ਸਕੇ ਤੇ ਕਹਿੰਦੇ ਫਿਰ ਵਰੇ ਪਿੱਛੋਂ ਕਰ ਲਿਆ ਕਰੇ। ਜਿਹੜਾ ਸਿੱਖ ਵਰੇ ਪਿੱਛੋਂ ਵੀ ਗੁਰੂ ਦੇ ਦਰਸ਼ਨ ਨਹੀਂ ਕਰਦਾ ਉਹਦਾ ਤੇ ਗੁਰੂ ਦਾ ਕੋਈ ਸੰਬੰਧ ਨਹੀਂ, ਉਹ ਗੁਰੂ ਦੇ ਰਸਤੇ ਤੋਂ ਭਟਕ ਗਿਆ। ਗੁਰੂ ਦਾ ਉਹਦਾ ਆਪਸ ਵਿੱਚ ਕੋਈ ਮੇਲ ਜੋਲ ਨਹੀਂ, ਉਹਦਾ ਗੁਰੂ ਔਰ ਸਿੱਖ ਦਾ ਨਾਤਾ ਟੁੱਟ ਗਿਆ। ਇਹੀ ਪ੍ਰਸ਼ਨ ਜਿਹੜਾ ਸੀ 5ਵੀਂ ਪਾਤਸ਼ਾਹੀ ਤੇ ਕੀਤਾ ਔਰ 5ਵੀਂ ਪਾਤਸ਼ਾਹੀ ਨੇ ਹੁਕਮ ਦਿੱਤਾ ਕਿ ਜਿਹੜਾ ਸਿੱਖ ਮਹੀਨੇ ਪਿੱਛੋਂ ਆ ਕੇ ਵੀ ਗੁਰੂ ਦਾ ਦਰਸ਼ਨ ਨਹੀਂ ਕਰਦਾ ਔਰ ਗੁਰੂ ਦਾ ਸਤਸੰਗ ਨਹੀਂ ਸੁਣਦਾ, ਉਹਦਾ ਗੁਰੂ ਦਾ ਤੇ ਸਿੱਖ ਦਾ ਕਾਹਦਾ ਨਾਤਾ ਰਹਿ ਗਿਆ? ਸਿੱਖ ਔਰ ਗੁਰੂ ਦਾ ਕੋਈ ਨਾਤਾ ਨਹੀਂ ਹੈ। ਤਾਂ ਉਸ ਮੌਕੇ ਤੇ ਗੁਰੂ ਸਾਹਿਬ ਨੇ ਇਹ ਮਾਝ ਰਾਗ ਵਿੱਚ 12 ਮਾਹ ਲਿਖਿਆ ਔਰ ਇਹ ਕੁਦਰਤੀ ਗੱਲ ਹੈ ਕਿ ਪਤੀਲੀ ਦਾ ਪਾਣੀ ਉਹਨਾਂ ਚਿਰ ਹੀ ਗਰਮ ਰਹਿੰਦਾ ਹੈ ਜਿੰਨਾ ਚਿਰ ਤੱਕ ਚੁੱਲ੍ਹੇ ਉੱਤੇ ਚੜਿਆ ਰਹੇ। ਜੇ ਤੁਸੀਂ ਚੁੱਲ੍ਹੇ ਤੋਂ ਲਾ ਕੇ ਪਾਣੀ ਥੱਲੇ ਰੱਖ ਦਿਓ, ਪਾਣੀ ਦੀ ਫਿਤਰਤ ਹੈ ਇਹ ਠੰਡਾ ਹੁੰਦਾ ਠੰਡਾ ਹੁੰਦਾ ਠੰਡਾ ਹੁੰਦਾ ਠੰਡਾ ਠੰਡਾ ਹੀ ਹੋ ਜਾਂਦਾ। ਜਿਸ ਸੰਪਰਦਾ ਦੇ ਵਿੱਚ ਗੁਰੂ ਕੰਮ ਕਰ ਰਿਹਾ ਹੈ ਔਰ ਸਾਖਸ਼ਾਤ ਗੁਰੂ ਬੈਠਾ ਹੈ, ਉੱਥੇ ਗੁਰੂ ਮਨਮਤ ਨਹੀਂ ਚੱਲਣ ਦਿੰਦਾ ਔਰ ਸਭ ਨੂੰ ਉਪਦੇਸ਼ ਦੇ ਕੇ ਸਭ ਨੂੰ ਸਿੱਧੇ ਰਸਤੇ ਉੱਤੇ ਕਾਇਮ ਰੱਖਦਾ ਹੈ ਔਰ ਉਹਨਾਂ ਦਾ ਪਰਮਾਰਥ ਬਣਦਾ ਹੈ। ਜਦ ਕਿਸੇ ਸੰਪਰਦਾ ਦੇ ਵਿੱਚੋਂ ਗੁਰੂ ਉੱਠ ਜਾਵੇ ਫਿਰ ਕੀ ਹੁੰਦਾ ਹੈ? ਆਪੋ ਇੱਕ ਦੂਜੇ ਦੇ ਜਿਹੜੇ ਮਨ ਹਨ ਉਹ ਆਪਸ ਵਿੱਚ ਭਿੜਨ ਲੱਗ ਪੈਂਦੇ ਨੇ। ਉੱਥੇ ਹੀ ਜ਼ਿਦਾਂ ਸ਼ੁਰੂ ਹੋ ਜਾਂਦੀਆਂ ਨੇ, ਉੱਥੇ ਹੀ ਈਰਖਾ ਸ਼ੁਰੂ ਹੋ ਜਾਂਦੀ, ਉੱਥੇ ਹੀ ਲੜਾਈਆਂ ਸ਼ੁਰੂ ਹੋ ਜਾਂਦੀਆਂ, ਉੱਥੇ ਝਗੜੇ ਖੜੇ ਹੋ ਜਾਂਦੇ ਹਨ। ਕੋਈ ਫੈਸਲਾ ਕਰ ਨਹੀਂ ਸਕਦਾ ਔਰ ਕੋਈ ਚੀਜ਼ ਜਿਹੜੀ ਟਿਕਾਣੇ ਨਹੀਂ ਚੜ ਸਕਦੀ, ਕਾਂਵਾਂ ਰੌਲੀ ਪੈ ਜਾਂਦੀ ਔਰ ਗੱਲ ਖਤਮ ਹੋ ਜਾਂਦੀ। ਹੁਣ ਇਹ ਚੀਜ਼ ਤੇ ਰੱਖੀ ਸੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਔਰ ਗੁਰੂ ਦਾ ਸਤਸੰਗ ਸੁਣਨ ਵਾਸਤੇ ਮਹੀਨੇ ਪਿੱਛੋਂ ਸੰਗਤ ਨੂੰ ਸੱਦਣਾ ਔਰ ਮਹੀਨੇ ਪਿੱਛੋਂ ਉਹਨਾਂ ਨੂੰ ਮਹਾਤਮ ਸੁਣਾਉਣਾ ਕਿ ਆਹ ਮਹੀਨਾ ਜਿਹੜਾ ਹੈ, ਇਸ ਮਹੀਨੇ ਦੇ ਵਿੱਚ ਤੁਸੀਂ ਕੀ ਕੰਮ ਕਰਨਾ ਹੈ ਔਰ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸੁਧਾਰਨਾ ਹੈ। ਨਾਲੇ ਸੰਗਤ ਨੇ ਦਰਸ਼ਨ ਕਰ ਜਾਣੇ, ਨਾਲੇ ਗੁਰੂ ਦਾ ਸਤਸੰਗ ਸੁਣ ਜਾਣਾ ਔਰ ਮਹੀਨਾ ਪੂਰਾ ਨਸ਼ਾ ਚੜਿਆ ਰਹਿਣਾ। ਜੇ ਅੰਦਰ ਗੁਰੂ ਬਾਰੇ ਪਿਆਰ ਹੋਵੇ, ਗੁਰੂ ਦਾ ਇੱਕ ਸਤਸੰਗ ਸੁਣ ਜਾਵੇ, ਮਹੀਨੇ ਤੱਕ 2 ਮਹੀਨੇ ਤੱਕ ਨਸ਼ਾ ਟੁੱਟਦਾ ਹੀ ਨਹੀਂ ਹੈ। ਪਰ ਜੇ
ਉਹ ਇਸ ਅਸਲੀਅਤ ਨੂੰ ਜਾਣਦਾ ਹੋਵੇ, ਉਹਦੇ ਅੰਦਰ ਖਿੱਚ ਹੋਵੇ ਗੁਰੂ ਦੇ ਦਰਸ਼ਨ ਕਰਨ ਦੀ, ਉਹਦਾ ਪਿਆਰ ਸੱਚਾ ਗੁਰੂ ਨਾਲ ਹੋਵੇ, ਇਸ ਮਾਰਗ ਤੇ ਚੱਲਣ ਦੀ ਸੱਚੀ ਚਾਹ ਉਸ ਪੁਰਸ਼ ਦੇ ਹੋਵੇ, ਇਹ ਉਹਦੀ ਗੱਲ ਹੈ, ਸਾਰਿਆਂ ਦੀ ਗੱਲ ਨਹੀਂ। ਤੋ ਉਹ ਹਾਲਤ ਜਿਹੜੀ ਹੈ ਹੌਲੀ ਹੌਲੀ ਤਬਦੀਲ ਹੁੰਦਿਆਂ ਕਿਸ ਤਰ੍ਹਾਂ ਤਬਦੀਲ ਹੋ ਗਈ, ਅੱਜ ਅਸੀਂ ਅੱਖੀਂ ਦੇਖਦੇ ਹਾਂ। ਅੱਜ ਦੇ ਦਿਨ ਜਿਹੜਾ ਹੈ ਇਹਨੂੰ ਸੰਗਰਾਂਦ ਦਾ ਦਿਨ ਸਮਝ ਕੇ ਦਰਸ਼ਨ ਦਾ ਤਾਂ ਨਾਮ ਨਿਕਲ ਗਿਆ ਔਰ ਸਤਸੰਗ ਦਾ ਵੀ ਨਾਮ ਵਿੱਚੋਂ ਨਿਕਲ ਗਿਆ। ਜਿਹੜਾ ਕੋਈ ਘਰ ਗੱਲ ਕਰਦਾ ਹੈ ਉਹ ਇਹੋ ਹੀ ਕਰਦਾ ਹੈ ਵੀ ਛੇਤੀ ਕਰੋ, ਮੈਂ ਜ਼ਰਾ ਗੁਰਦੁਆਰੇ ਮਹੀਨਾ ਸੁਣਿਆ ਵਾ, ਗੁਰਦੁਆਰੇ ਜਾ ਕੇ ਮਹੀਨਾ ਸੁਣਿਆ ਵਾ। ਤਾਂ ਕਹਿੰਦੇ ਨੇ ਉਸ ਦੇ ਦਿਲ ਵਿੱਚ ਇਹੋ ਹੀ ਖਿਆਲ ਹੁੰਦਾ ਹੈ ਵੀ ਮੈਂ ਮਹੀਨਾ ਸੁਣਨਾ ਹੈ। ਭਾਈ ਸਾਹਿਬ ਭਾਵੇਂ ਉਸ ਮਹੀਨੇ ਦੀ ਵਿਆਖਿਆ ਵੀ ਕਰ ਰਹੇ ਹੋਣ, ਭਾਵੇਂ ਉਹ ਮਹੀਨਾ ਪੜ੍ਹ ਵੀ ਰਹੇ ਹੋਣ, ਉਹਦਾ ਧਿਆਨ ਨਹੀਂ। ਜਿਸ ਵਕਤ ਮਹੀਨੇ ਦਾ ਨਾਂ ਆ ਜਾਵੇ ਇੱਕਦਮ ਉਸਨੇ ਮੱਥਾ ਟੇਕ ਦੇਣਾ ਹੈ, ਕਹਿਣਾ ਵੀ ਸ਼ੁਕਰ ਹੈ ਸੁੱਖ ਦਾ ਚੜੇ। ਅੱਛਾ ਭਾਈ ਸਾਹਿਬ ਪ੍ਰਸ਼ਾਦ ਦਿਓ, ਮੇਰੇ ਤੇ ਕਈ ਕੰਮ ਪਏ ਨੇ, ਉਸ ਵੇਲੇ ਪ੍ਰਸ਼ਾਦ ਲੈ ਕੇ ਭੱਜਣ ਦੀ ਕਰਦੇ। ਇਹ ਪਤਾ ਨਹੀਂ ਵੀ ਮਹੀਨਾ ਸੁਣ ਕੇ ਆਇਆ ਹੈ, ਸਮਝ ਲਿਆ ਵੀ ਇੰਨੇ 'ਚ ਕੰਮ ਸਫਲ ਹੋ ਗਿਆ। ਔਰ ਕਈ ਵਿਚਾਰੇ ਉਸ ਤੋਂ ਵੀ ਨਿਗਰੇ ਹੋਏ ਮਿਲਦੇ ਹਨ, ਉਹ ਵੀ ਤੁਰੇ ਆਉਂਦੇ ਭੱਜੇ ਆਉਂਦੇ, ਉਹ ਪੁੱਛਦੇ ਨੇ ਗੁਰਦੁਆਰਿਓਂ ਹੋ ਆਇਆ? ਕਹਿੰਦਾ ਹਾਂ ਹੋ ਆਇਆ। ਫਿਰ ਤੂੰ ਪ੍ਰਸ਼ਾਦ ਲੈ ਆਇਆ? ਆਂਦਾ ਲੈ ਆਇਆ। ਯਾਰ ਥੋੜਾ ਜਿਹਾ ਪ੍ਰਸ਼ਾਦ ਦੇ ਦਿੱਤੇ, ਇੱਥੇ ਹੀ ਮਹੀਨਾ ਸੁਣਾ ਦੇ ਮੈਨੂੰ। ਉਹ ਉੱਥੇ ਹੀ ਬਾਹਰ ਹੀ ਪ੍ਰਸ਼ਾਦ ਲੈ ਕੇ ਉੱਥੇ ਮਹੀਨੇ ਦਾ ਨਾਂ ਸੁਣ ਕੇ ਚੱਲ ਵਾਹਿਗੁਰੂ ਸੁੱਖ ਦਾ ਚੜੇ, ਸਭ ਦੇ ਵਾਸਤੇ ਸਰਬੱਤ ਦਾ ਚੜੇ। ਫਿਰ ਗੁਰੂ ਅਰਜਨ ਦੇਵ ਜੀ ਦਾ ਆਸ਼ਾ ਕਿਸ ਤਰ੍ਹਾਂ ਪੂਰਾ ਹੋਇਆ, ਉਸ ਅਸਲੀਅਤ ਨੂੰ ਅਸੀਂ ਕਿਵੇਂ ਭੁੱਲ ਗਏ। ਤੋ ਇਹ ਜਿਹੜਾ 12 ਮਾਹ ਹੈ, ਇਸ ਦੀ ਤੁਕ ਜਿਹੜੀ ਹੈ ਇਹ ਕਾਇਆ ਪਲਟ ਦੇਣ ਵਾਲੀ ਹੈ, ਸਾਡੇ ਖਿਆਲਾਤ ਨੂੰ ਬਦਲ ਦੇਣ ਵਾਲੀ ਹੈ, ਸਾਨੂੰ ਅਸਲੀਅਤ ਦੇ ਨੇੜੇ ਲੈ ਜਾਣ ਵਾਲੀ ਹੈ। ਨਾ ਅਸੀਂ ਗੌਰ ਨਾਲ ਪੜ੍ਹਦੇ ਹਾਂ, ਨਾ ਗੌਰ ਨਾਲ ਸੁਣਦੇ ਹਾਂ, ਨਾ ਸਾਡੇ ਅੰਦਰ ਇਸ ਤੇ ਸੁਣਨ ਦੀ ਕੋਈ ਖਿੱਚ ਹੀ ਹੈ। ਫਿਰ 12 ਮਾਹ ਸਾਡੇ ਤੇ ਅਸਰ ਕਿਵੇਂ ਕਰ ਸਕੇ। ਤੋ ਅੱਜ ਦਾ ਮਹੀਨਾ ਜਿਹੜਾ ਹੈ, ਜਿਸ ਮਹੀਨੇ ਦੀ ਅੱਜ ਦੀ ਸੰਗਰਾਂਦ ਹੈ, ਉਸ ਦਾ ਸਤਸੰਗ ਅੱਜ ਸ਼ੁਰੂ ਹੋਣ ਲੱਗਾ ਹੈ। ਜ਼ਰਾ ਪਿਆਰ ਨਾਲ ਸੁਣੋ, ਗੁਰੂ ਸਾਹਿਬ ਇਸ ਮਹੀਨੇ ਵਿੱਚ ਸਿੱਖਾਂ ਨੂੰ ਕੀ ਮਹਾਤਮ ਦੱਸ ਰਹੇ ਹਨ। ਇਸ ਮਹੀਨੇ ਵਿੱਚ ਕਿਹੜੀ ਚੀਜ਼ ਜਿਹੜੀ ਹੈ ਉਹ ਗੁਣਕਾਰੀ ਹੈ, ਕਿਹੜੀ ਚੀਜ਼ ਲਾਭ ਦੇਣ ਵਾਲੀ ਹੈ, ਕਿਹੜੀ ਚੀਜ਼ ਪਰਮਾਰਥ 'ਚ ਤਰੱਕੀ ਦੇਣ ਵਾਲੀ ਹੈ, ਕਿਹੜੀ ਚੀਜ਼ ਮਾਲਕ ਦੇ ਨਾਲ ਮਿਲਾਉਣ ਵਾਲੀ ਹੈ, ਕਿਹੜੀ ਸੱਚੀ ਹੈ, ਕਿਸ ਝੂਠੀ ਨੂੰ ਪਕੜ ਕੇ ਅਸੀਂ ਆਪਣਾ ਵਕਤ ਜ਼ਾਇਆ ਕਰ ਰਹੇ ਹਾਂ। ਅੱਜ ਇਸ ਸ਼ਬਦ ਵਿੱਚ ਉਹਨਾਂ ਨੇ ਸਾਰਾ ਨਿਰਣਾ ਕਰ ਦੇਣਾ। ਤੋ ਪਿਆਰ ਨਾਲ ਸੁਣੋ, ਪਹਿਲੀ ਤੁਕ ਹੀ ਬੋਲ ਰਹੇ ਹਨ। ਪਹਿਲੀ ਤੁਕ ਵਿੱਚ ਕੀ ਕਹਿ ਰਹੇ ਹਨ ਸੁਣੋ ਇੱਕ ਵਾਰੀ ਫੇਰ ਪਿਆਰ ਨਾਲ ਵੀ ਕੀ ਗੁਰੂ ਸਾਹਿਬ ਕਹਿ ਰਹੇ। ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਦਨਾ ਨੂੰ ਕਰ ਦਾਨ। ਹੁਣ ਇਹ ਜਿਹੜਾ ਮਹੀਨਾ ਮਾਘ ਦਾ ਅੱਜ ਚੜਿਆ ਹੈ, ਇਸ ਮਾਘ ਦੇ ਮਹੀਨੇ ਵਿੱਚ ਉਸ ਸਮੇਂ ਜਿਹੜੀ ਸੰਗਤ ਸੀ ਜਾਂ ਉਸ ਵਕਤ ਜਿਹੜੇ ਲੋਕ ਸਨ, ਹਿੰਦੂ ਮਤ ਅਨੁਸਾਰ ਇਸ ਮਹੀਨੇ ਵਿੱਚ ਇਸ਼ਨਾਨ ਕਰਨ ਦਾ ਮਹਾਤਮ ਜਿਹੜਾ ਹੈ ਉਹ ਬੜਾ ਦੱਸਿਆ ਗਿਆ ਹੈ। ਤੋ ਬਹੁਤ ਸਾਰੇ ਲੋਕ ਅੱਜ ਕੱਲ ਵੀ ਇਸ ਮਹੀਨੇ ਨੂੰ ਕਹਿੰਦੇ ਨੇ ਮਾਘ ਦਾ ਮਹੀਨਾ ਜਿਹੜਾ ਹੈ ਉਹ ਜ਼ਰੂਰ ਨਹਾਉਣਾ ਚਾਹੀਦਾ ਹੈ। ਫਿਰ ਸੋਚੀਏ ਕਿ ਜੇ ਮਾਘ ਦਾ ਮਹੀਨਾ ਜ਼ਰੂਰ ਨਹਾਉਣਾ ਚਾਹੀਦਾ, ਬਾਕੀ ਮਹੀਨਿਆਂ 'ਚ ਨਾ ਨਹਾਤਾ ਜਾਏ ਤਾਂ ਕੀ ਫਰਕ ਪੈ ਚੱਲਿਆ। ਫਿਰ ਜ਼ਰਾ ਹਰ ਗੱਲ ਜਿਹੜੀ ਹੈ ਉਹ ਅਕਲ ਨਾਲ ਅਸੀਂ ਸਮਝ ਦੇ ਨਾਲ ਸੋਚਣੀ ਹੈ। ਕੋਈ ਮਾਘ ਦਾ ਮਹੀਨਾ ਹੀ ਖਾਸ ਨਹਾਉਣ ਵਾਸਤੇ ਹੈ, ਔਰ ਨਹਾਉਂਦੇ ਅਸੀਂ ਕਾਹਦੇ ਵਾਸਤੇ ਹਾਂ? ਇਸ ਵਾਸਤੇ ਤੇ ਪਿੰਡੇ ਨੂੰ ਮੈਲ ਨਾ ਲੱਗੇ, ਗਫਲਤ ਗਨੂਦਗੀ ਸੁਸਤੀ ਸਾਡੇ ਤੋਂ ਦੂਰ ਹੋ ਜਾਵੇ, ਸਾਡੇ ਅੰਦਰ ਚੇਤਨਤਾ ਹੁਸ਼ਿਆਰੀ ਆ ਜਾਵੇ, ਸੂਝ-ਬੂਝ ਕਾਇਮ ਹੋ ਜਾਏ ਔਰ ਅਸੀਂ ਦੁਨੀਆ ਦੇ ਕੰਮਕਾਰ ਜਿਹੜੇ ਹਨ ਉਹ ਹੋਸ਼ ਨਾਲ ਕਰ ਸਕੀਏ। ਭਜਨ ਸਿਮਰਨ ਵੀ ਹੈ, ਹੋਸ਼ ਨਾਲ ਕਰ ਸਕੀਏ। ਤੋ ਮਾਘ ਦੇ ਮਹੀਨੇ ਵਿੱਚ ਕੋਈ ਨਹਾਉਣ ਦਾ ਖਾਸ ਮਹਾਤਮ ਨਹੀਂ।
ਮਾਘ ਦੇ ਮਹੀਨੇ 'ਚ ਜਿਸ ਇਸ਼ਨਾਨ ਨੂੰ ਗੁਰੂ ਸਾਹਿਬ ਚਾਹ ਰਹੇ ਹਨ, ਉਹ ਇਸ਼ਨਾਨ ਅਗਰ ਇਹ ਜੀਵ ਕਰ ਲਵੇ ਤਾਂ ਕਹਿੰਦੇ ਨੇ ਫਿਰ ਇਸ ਮਹੀਨੇ ਦਾ ਮਹਾਤਮ ਜਿਹੜਾ ਹੈ ਪੂਰਾ ਹੋ ਗਿਆ। ਉਹ ਕੀ ਹੈ? ਉਹ ਸਾਡੇ ਜਨਮਾਂ ਜਨਮਾਂਤਰਾਂ ਦੇ ਖੋਟੇ ਕਰਮ ਹਨ, ਜਿਨ੍ਹਾਂ ਦੀ ਮੈਲ ਸਾਡੇ ਹਿਰਦੇ ਦੇ ਉੱਤੇ ਚੜੀ ਹੋਈ ਹੈ, ਸਾਡੇ ਮਨ ਤੇ ਚੜੀ ਹੋਈ ਹੈ। ਔਰ ਉਹੀ ਮੈਲ ਜਿਹੜੀ ਹੈ ਨਾ ਤਾਂ ਪਰਮਾਰਥ 'ਚ ਸਾਡਾ ਪਿਆਰ ਪੈਣ ਦਿੰਦੀ ਹੈ, ਨਾ ਗੁਰੂ ਦਰਸ਼ਨ ਕਰਨ ਵਾਸਤੇ ਉਸ ਦੇ ਅੰਦਰ ਕੋਈ ਸ਼ੌਕ ਜਾਗਦਾ ਹੈ, ਨਾ ਕੋਈ ਉਹ ਪਰਮਾਰਥੀ ਕੰਮਾਂ ਦੇ ਵਿੱਚ ਧਿਆਨ ਦੇਣ ਵਾਸਤੇ ਉਸ ਪੁਰਸ਼ ਦਾ ਕੋਈ ਚੇਤੀ ਕਰਦਾ ਹੈ। ਉਹ ਮੈਂ ਹੀ ਹੈ ਜਿਹੜੀ ਸਾਨੂੰ ਪਰਮੇਸ਼ਰ ਤੋਂ, ਉਸ ਮਾਲਕ ਤੋਂ ਦੂਰ ਰੱਖ ਕੇ ਸਾਨੂੰ ਉਸਨੇ ਬਿਠਾਇਆ ਹੈ। ਤੋ ਉਹ ਮੈਲ ਤਾਂ ਚੜੀ ਹੋਈ ਹੈ ਹਿਰਦੇ ਉੱਤੇ। ਅਸੀਂ ਕਰਦੇ ਹਾਂ ਪਿੰਡੇ ਦਾ ਇਸ਼ਨਾਨ। ਹਿਰਦਾ ਸਾਡਾ ਜਿਹੜਾ ਹੈ ਉਹ ਬਾਹਰ ਸਰੀਰ ਦੇ ਉੱਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਜਿਸ ਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਹੈ ਭਰੀ ਪਈ ਹੈ। ਤੋ ਅਸੀਂ ਕੀ ਕਰਦੇ ਹਾਂ? ਇਸ ਕਾਇਆ ਨੂੰ ਬਾਹਰੋਂ ਹੀ ਧੋਦੇ ਹਾਂ ਔਰ ਸੋਚਦੇ ਹਾਂ ਅਸੀਂ ਪਾਕ ਸਾਫ਼ ਹੋ ਗਏ ਹਾਂ। ਬਾਣੀ ਕਹਿੰਦੀ ਹੈ ਕਾਇਆ ਧੋਣ ਨਾਲ ਕਦੀ ਕੋਈ ਪਾਕ ਸਾਫ਼ ਹੋਇਆ ਹੈ? ਕਹਿੰਦੇ ਨੇ ਅਗਰ ਕੋਈ ਭਾਂਡਾ ਜਿਹੜਾ ਹੈ ਉਸ ਵਿੱਚ ਗੰਦਗੀ ਪਈ ਹੋਈ ਹੈ, ਉਸ ਭਾਂਡੇ ਨੂੰ ਬਾਹਰੋਂ ਧੋ ਦਿਓ, ਮਾਂਜ ਦਿਓ, ਲਿਸ਼ਕਾ ਦਿਓ, ਸੋਹਣਾ ਲੱਗ ਜਾਓ ਔਰ ਉਹਨੂੰ ਲਿਆ ਕੇ ਚੌਕੇ 'ਚ ਰੱਖ ਦਿਓ। ਜੇ ਕਿਸੇ ਨੂੰ ਪਤਾ ਹੋਵੇ ਵੀ ਇਹਦੇ ਵਿੱਚ ਤੇ ਗੰਦਗੀ ਰੱਖੀ ਇਸ ਭਾਂਡੇ ਵਿੱਚ, ਤੇ ਉਹ ਚੌਕੇ 'ਚ ਕੋਈ ਰਹਿਣ ਦੇਗਾ ਭਾਵੇਂ ਬਾਹਰੋਂ ਕਿੰਨਾ ਲਿਸ਼ਕਾਇਆ ਪਚਕਾਇਆ ਹੋਵੇ। ਇਹ ਸਾਡੀ ਸਰੀਰ ਦੀ ਹਾਲਤ ਹੈ। ਇਹ ਸਾਡਾ ਸਰੀਰ ਗੰਦ ਦਾ ਗੁਥਲਾ ਹੈ। ਇਹਦੇ ਵਿੱਚ ਇਹ ਚੀਜ਼ ਸਾਫ਼ ਦੱਸਦੀ ਹੈ ਪ੍ਰਗਟ ਰੂਪ ਦੇ ਵਿੱਚ ਵੀ ਇਹਦੇ ਵਿੱਚ ਗੰਦ ਹੀ ਗੰਦ। 9 ਸੁਰਾਖ 9 ਬੋਰੀਆਂ ਇਸ ਸਰੀਰ ਵਿੱਚ ਹਨ। 9 ਦੇ ਰਸਤੇ ਹਰ ਵਕਤ ਮੈਲ ਵਗਦੀ ਰਹਿੰਦੀ ਹੈ। ਅੱਖਾਂ ਰਾਹ ਮੈਲ, ਕੰਨਾਂ ਰਾਹ ਮੈਲ, ਨੱਕ ਰਾਹ ਮੈਲ, ਮੂੰਹ ਰਾਹ ਮੈਲ ਔਰ ਦੂਸਰੀਆਂ ਜਿਹੜੀਆਂ ਪਖਾਨੇ ਔਰ ਪਿਸ਼ਾਬ ਦੀਆਂ ਇੰਦਰੀਆਂ ਉਹਨਾਂ ਰਾਹ ਮੈਲ। ਜਿਸ ਥੈਲੇ ਦੇ ਵਿੱਚੋਂ 9 ਸੁਰਾਖਾਂ ਵਾਸਤੇ ਵਿੱਚ ਮੈਲ ਹੀ ਬਾਹਰ ਨਿਕਲਦੀ ਰਹੇ, ਕੀ ਉਸ ਨੂੰ ਅਸੀਂ ਪਵਿੱਤਰ ਸਮਝਾਂਗੇ? ਉਹ ਚੀਜ਼ ਜਿਹੜੀ ਹੈ ਉਹ ਤਾਂ ਮੈਲ ਅੰਦਰ ਹੈ, ਉਸੇ ਤਰੀਕੇ ਦੇ ਨਾਲ ਇਸ ਸਰੀਰ ਦੇ ਵਿੱਚ ਅਗਰ ਬਾਹਰੋਂ ਪਿੰਡਾ ਧੋ ਲਵਾਂਗੇ ਤਾਂ ਉਹ ਮੈਲ ਸਾਫ਼ ਹੋ ਜਾਵੇਗੀ? ਕਦੀ ਸਾਫ਼ ਨਹੀਂ ਹੋ ਸਕਦੀ। ਬਾਣੀ ਕੀ ਕਹਿੰਦੀ ਹੈ? ਨਿਤ ਧੋਵੇ ਇਹ ਦੇ ਅਤੀਤ ਤੇ ਕਾਜੀ ਸ਼ੁੱਧ ਨਾ ਹੋਵੇ ਪੀਤ। ਅਗਰ ਕੋਈ ਪੁਰਸ਼ ਕੱਚੀ ਕੰਧ ਨੂੰ ਲਕਸ਼ ਦਾ ਸਾਬਣ ਮਲ ਕੇ ਵੀ ਧੋਵੇ, ਹੋਰ ਵੀ ਚੰਗੇ ਚੰਗੇ ਸਾਬਣ ਮਲ ਕੇ ਧੋਵੇ, ਚੰਗੀਆਂ ਖਾਰਾਂ ਨਾਲ ਧੋਵੇ, ਕੱਚੀ ਕੰਧ ਦੀ ਕਦੀ ਮੈਲ ਲੈਣੋਂ ਹਟ ਜਾਵੇਗੀ? ਕਦੀ ਨਹੀਂ ਹਟ ਜਾਏਗੀ। ਕੰਧ ਜਿਹੜੀ ਹੈ ਸਾਰੀ ਨਾਬੂਦ ਹੋ ਜਾਏਗੀ। ਜਿੰਨੀ ਵਾਰੀ ਪਾਣੀ ਪਾਓਗੇ ਓਨੀ ਵਾਰੀ ਉਹਦੇ ਚੋਂ ਮੈਲ ਨਿਕਲੇਗੀ। ਦੇਖ ਲਓ ਇਹ ਸਰੀਰ ਜਿਹੜਾ ਹੈ, ਇਸ ਨੂੰ ਕੀ ਅਸੀਂ ਰੋਜ਼ ਨਹਾਉਂਦੇ ਨਹੀਂ? ਅੱਜ ਕੱਲ ਤਾਂ ਇਸ ਨੂੰ ਇੰਨੇ ਢੰਗਾਂ ਨਾਲ ਨਹਾਉਂਦੇ ਹਾਂ, ਕਿਸੇ ਅਮੀਰ ਦੇ ਗੁਸਲਖਾਨੇ 'ਚ ਜਾ ਕੇ ਵੇਖੋ ਜਿਹਦੇ 'ਚ 36 ਪ੍ਰਕਾਰ ਦੇ ਸਾਬਣ ਹੀ ਉਸਨੇ ਨਹਾਉਣ ਵਾਸਤੇ ਰੱਖੇ ਹੁੰਦੇ ਨੇ। ਆਹ ਸਾਬਣ ਪੈਰਾਂ ਨੂੰ ਮਲਣਾ ਹੈ, ਆਹ ਸਾਬਣ ਹੱਥਾਂ ਨੂੰ ਮਲਣਾ ਹੈ, ਆਹ ਸਾਬਣ ਸਿਰ ਨੂੰ ਮਲਣਾ ਹੈ, ਆਹ ਮੂੰਹ ਨੂੰ ਮਲਣਾ ਹੈ। ਤੇਲ ਵੀ ਇੰਨੇ ਪ੍ਰਕਾਰ ਦੇ, ਤੌਲੀਏ ਵੀ ਇੰਨੇ ਪ੍ਰਕਾਰ ਦੇ। ਆ ਪੈਰਾਂ ਨੂੰ ਲਾਉਣਾ ਹੈ, ਇਹ ਹੋਰ ਨਹੀਂ ਕਿਤੇ ਲਾਉਣਾ ਹੈ, ਫਲਾਣੇ ਥਾਂ ਲਾਉਣਾ, ਹੋਰ ਨਹੀਂ ਕਿਤੇ ਲਾਉਣਾ। ਔਰ ਸਾਫ਼ ਹੋ ਕੇ ਤਸੱਲੀ ਦੇ ਨਾਲ ਜਿਸ ਵੇ ਧੋਬੀ ਦੇ ਧੋਤੇ ਕੱਪੜੇ ਗਲ ਪਾਉਂਦਾ ਹੈ, ਸ਼ਾਮ ਨੂੰ ਜਿਸ ਵਕਤ ਆ ਕੇ ਉਹਨਾਂ ਕੱਪੜਿਆਂ ਨੂੰ ਲਾਉਂਦਾ ਹੈ ਤਾਂ ਆਪਣੇ ਲਾਏ ਹੋਏ ਕੱਪੜਿਆਂ ਦੇ ਵਿੱਚੋਂ ਬੋ ਵੀ ਆਉਂਦੀ ਹੈ ਔਰ ਮੈਲ ਵੀ ਲੱਗੀ ਹੋਈ ਹੁੰਦੀ ਹੈ। ਫਿਰ ਉਹ ਬੋ ਔਰ ਮੈਲ ਕਿਉਂ ਨਿਕਲੀ, ਕਿੱਥੋਂ ਨਿਕਲੀ? ਇਹ ਸਰੀਰ ਗੰਦਾ ਹੈ। ਇਸ ਸਰੀਰ ਨੂੰ ਸਿਰਫ ਜੇ ਇਹੀ ਖਿਆਲ ਰੱਖੋ ਵੀ ਧੋਣਾ ਪੁੰਨ ਹੈ, ਧੋਣਾ ਪਰਮਾਰਥ ਹੈ, ਇਹ ਜਿਹੜਾ ਧੋਣਾ ਹੈ ਇਹੀ ਭਗਤੀ ਹੈ, ਇਹੀ ਮਾਲਕ ਦੇ ਮਿਲਣ ਦਾ ਰਸਤਾ ਹੈ, ਐਸਾ ਆਦਮੀ ਤਾਂ ਇਸ ਸੰਸਾਰ ਤੇ ਗੁੰਮਰਾਹ ਹੋ ਗਿਆ ਜਿਹੜਾ ਇਸ ਦੇ ਧੋਣ ਦੇ ਪਿੱਛੇ ਲੱਗ ਗਿਆ ਔਰ ਇਹਨੂੰ ਹੀ ਸੱਚਾ ਕਰਦਾ ਦਿਨ ਰਾਤ ਯਤਨ ਕਰ ਰਿਹਾ ਹੈ। ਬਾਣੀ ਕਹਿੰਦੀ ਹੈ ਸੁੱਚੇ ਸੇਨਾ ਆਖੀਆਂ ਬਹਿਣ ਜੋ ਪਿੰਡਾ ਧੋਏ ਤੇ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਉਹ ਨਹੀਂ ਜਿਹੜੇ ਰੋਜ਼ ਪਿੰਡੇ ਨੂੰ ਧੋਂਦੇ ਹੈ। ਸੁੱਚ ਜਿਹੜੀ ਹੈ ਉਹਦੇ ਅੰਦਰ ਹਿਰਦੇ ਨੂੰ ਅਸੀਂ ਪਵਿੱਤਰ ਕਰਨਾ ਹੈ, ਸਾਫ਼ ਕਰਨਾ ਹੈ, ਉਹਦੇ ਗੰਦਾ ਹੈ। ਇਹ ਅਸੀਂ ਇਸ ਸਰੀਰ ਨੂੰ 88 ਤੀਰਥਾਂ ਦਾ ਇਸ਼ਨਾਨ ਕਰਾਉਂਦੇ ਹਾਂ।
ਔਰ ਅਸੀਂ ਇਸ ਦੀ ਮੈਲ ਜਿਹੜੀ ਹੈ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਦੀ ਤੀਰਥਾਂ ਉੱਤੇ ਜਾ ਕੇ ਵੀ ਹਿਰਦੇ ਦੀ ਮੈਲ ਲੱਗ ਸਕਦੀ ਹੈ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਤੇ ਦੋ ਭਉ ਚੜੀਏ ਸਹੋਰ। ਕਹਿੰਦੇ ਇੱਕ ਪਾਪ ਜਿਹੜਾ ਕਿ ਇੱਕ ਮੈਲ ਸਰੀਰ ਦੀ ਉਹ ਤੇ ਧੋਣ ਨਾਲ ਠੀਕ ਉਤਰ ਗਈ, ਪਰ ਜਿਹੜਾ ਮਨ ਉਤੇ ਹੰਕਾਰ ਹੋ ਗਿਆ ਤੇ ਮੈਂ ਇਸ ਤੀਰਥ ਦੀ ਯਾਤਰਾ ਕਰਕੇ ਔਰ ਇਸ ਤੀਰਥ ਦਾ ਇਸ਼ਨਾਨ ਕਰਕੇ ਹੁਣ ਸਾਰੇ ਪਾਪ ਲਾ ਕੇ ਘਰ ਤੁਰਿਆ ਵਾਂ, ਇਹ ਮੈਲ ਤਾਂ ਹੋਰ ਇੱਕ ਉੱਤੇ ਚੜ ਗਈ ਹਿਰਦੇ ਦੇ ਉੱਤੇ। ਅਜੇ ਪਹਿਲੀਆਂ ਮੈਲਾਂ ਉਤਰੀਆਂ ਨਹੀਂ, ਇੱਕ ਮੈਲ ਹੋਰ ਚੜ ਗਈ। ਦੁਨੀਆ ਉੱਤੇ ਅੱਜ ਤੱਕ ਕੋਈ ਐਸਾ ਤੀਰਥ ਨਹੀਂ ਬਣਿਆ ਜਿਹੜਾ ਹਿਰਦੇ ਦੀ ਮੈਲ ਉਤਾਰ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ, ਕਈ ਤੀਰਥ ਐਸੇ ਸਾਨੂੰ ਸੰਸਾਰ 'ਚ ਮਿਲਦੇ ਹਨ ਜਿਨ੍ਹਾਂ ਤੀਰਥਾਂ ਦੇ ਵਿੱਚ ਨਹਾਉਣ ਨਾਲ ਸਾਡੇ ਦੇਹ ਦੇ ਰੋਗ ਮਿਟ ਜਾਂਦੇ ਹਨ। ਕਿਸੇ ਤੀਰਥ ਨਾਲ ਖੁਰਕ ਚਲੀ ਜਾਂਦੀ ਹੈ, ਕਿਸੇ ਤੀਰਥ ਨਾਲ ਮੁਹਾਸੇ, ਕਿੱਲ ਔਰ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਹਨ। ਕਿਸੇ ਤੀਰਥ ਨਾਲ ਕੋੜ ਵੀ ਹਟ ਜਾਂਦਾ ਹੈ, ਕਿਸੇ ਤੀਰਥ ਨਾਲ ਫੁਲਬੈਰੀ ਵੀ ਦੂਰ ਹੋ ਜਾਂਦੀ ਹੈ। ਪਰ ਜੋ ਕੋਈ ਤੀਰਥ ਕੰਮ ਕਰਦਾ ਹੈ ਉਹ ਬਾਹਰ ਦੇ ਸਰੀਰ ਦਾ ਕਰਦਾ ਹੈ। ਕੋਈ ਤੀਰਥ ਇਹ ਦੱਸੇ ਕਿ ਜਿਸ ਤੀਰਥ ਤੇ ਨਹਾਉਣ ਨਾਲ ਅੰਦਰੋਂ ਕਾਮ ਚਲੇ ਜਾਂਦਾ ਹੈ, ਕ੍ਰੋਧ ਨਿਕਲ ਜਾਂਦਾ ਹੈ, ਲੋਭ ਮੋਹ ਹੰਕਾਰ ਨਿਕਲ ਜਾਂਦਾ ਹੈ, ਈਰਖਾ ਨਿਕਲ ਜਾਂਦੀ ਹੈ, ਸਾੜਾ ਨਿਕਲ ਜਾਂਦਾ ਹੈ, ਇੱਕ ਦੂਜੇ ਦੀ ਨਿੰਦਿਆ ਦੇ ਖਿਆਲ ਨਿਕਲ ਜਾਂਦੇ ਹਨ, ਹੋਰ ਬੁਰੀਆਂ ਇਲਤਾਂ ਔਰ ਇਹ ਬੁਰੀਆਂ ਆਦਤਾਂ ਮਨ ਤੇ ਆ ਜਾਂਦਾ ਹੈ। ਉਹ ਤੀਰਥ ਕੋਈ ਹੱਥ ਖੜਾ ਕਰਕੇ ਦੱਸੋ ਵੀ ਇਸ ਦੁਨੀਆ ਉੱਤੇ ਕੋਈ ਤੀਰਥ ਐਸਾ ਵੀ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਉਹ ਤੀਰਥ ਹੈ, ਜ਼ਰੂਰ ਹੈ, ਲੇਕਿਨ ਬਾਹਰ ਤੀਰਥ ਨਹੀਂ ਹੈ। ਉਹ ਤੀਰਥ ਵੀ ਮਾਲਕ ਨੇ ਸਾਡੀ ਕਾਇਆ ਦੇ ਵਿੱਚ ਰੱਖਿਆ ਹੈ, ਜਿੱਥੇ ਜਾ ਕੇ ਸਾਡਾ ਮਨ ਇਸ਼ਨਾਨ ਕਰਦਾ ਹੈ, ਜਿਹਦੇ ਨਾਲ ਸਾਡਾ ਹਿਰਦਾ ਪਵਿੱਤਰ ਹੁੰਦਾ ਹੈ। ਉਸ ਤੀਰਥ ਦੇ ਨਾਂ ਜਿਹੜੇ ਨੇ ਬਾਣੀ ਵਿੱਚ ਬੜੇ ਸੋਹਣੇ ਖੋਲ ਕੇ ਬਿਆਨ ਕੀਤੇ ਹਨ। ਉਸ ਤੀਰਥ ਨੂੰ ਗੁਰੂ ਸਾਹਿਬ ਨੇ ਹਰ ਸਰ ਵੀ ਬਾਣੀ ਵਿੱਚ ਕਿਹਾ ਹੈ। ਉਸ ਤੀਰਥ ਨੂੰ ਸਤ ਸਰ ਵੀ ਕਿਹਾ ਹੈ। ਉਸ ਤੀਰਥ ਨੂੰ ਆਤਮ ਤੀਰਥ ਵੀ ਕਿਹਾ ਹੈ। ਉਸ ਤੀਰਥ ਨੂੰ ਅੰਮ੍ਰਿਤਸਰ ਵੀ ਕਿਹਾ ਹੈ। ਉਸ ਤੀਰਥ ਜਿਹੜਾ ਹੈ ਹਿੰਦੂ ਮਹਾਤਮਾ ਨੇ ਉਸ ਨੂੰ ਪ੍ਰਯਾਗ ਵੀ ਕਿਹਾ ਹੈ, ਤ੍ਰਿਵੇਣੀ ਵੀ ਕਿਹਾ ਹੈ। ਉਹ ਤੀਰਥ ਜਿਹੜਾ ਹੈ ਉਹ ਸਾਡੇ ਸਭ ਦੇ ਅੰਦਰ ਹੈ। ਬਾਣੀ ਵਿੱਚ ਆਉਂਦਾ ਹੈ ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ। ਕਹਿੰਦੇ ਸੋਚਾ ਤੇ ਅਸੀਂ ਤਾਂ ਹੀ ਸਮਝਾਂਗੇ ਵੀ ਇਹ ਹੋ ਗਿਆ ਹੈ ਜੇ ਇਸ ਪੁਰਸ਼ ਨੇ ਆਤਮ ਤੀਰਥ ਤੇ ਜਾ ਕੇ ਨਿਵਾਸ ਕਰ ਲਿਆ, ਜਿੱਥੇ ਆਤਮਾ ਪਵਿੱਤਰ ਹੁੰਦੀ ਹੈ, ਜਿੱਥੇ ਮਨ ਦੀਆਂ ਮੈਲਾਂ ਦੂਰ ਹੁੰਦੀਆਂ ਹਨ। ਬੇੜੀ ਇੱਕ ਹਿੰਦੂ ਮਹਾਤਮਾ ਹੋਇਆ ਹੈ, ਉਹ ਕਹਿੰਦਾ ਇਹੜਾ ਪਿੰਗਲਾ ਔਰ ਸੁਖਮਣਾ ਬਾਹਰ ਤ੍ਰਿਵੇਣੀ ਕਿੱਥੇ ਕਿਹਾ ਜਾਂਦਾ ਹੈ? ਜਿੱਥੇ ਗੰਗਾ, ਜਮਨਾ ਔਰ ਸਰਸਵਤੀ, ਜਿੱਥੇ ਤਿੰਨਾਂ ਦਾ ਸੰਗਮ ਹੁੰਦਾ ਹੈ, ਤਿੰਨਾਂ ਦਾ ਮੇਲ ਹੁੰਦਾ ਹੈ। ਤੋ ਇਹ ਬਾਹਰ ਉਸ ਤੀਰਥ ਦੀ ਜਾਣਕਾਰੀ ਦਿਵਾਉਣ ਵਾਸਤੇ ਉਸ ਵਕਤ ਦੇ ਰਿਸ਼ੀਆਂ ਮੁਨੀਆਂ ਨੇ ਇਹ ਬਾਹਰ ਨਾਂ ਰੱਖ ਕੇ ਉਹਦਾ ਤ੍ਰਿਵੇਣੀ ਉਹਦਾ ਨਾਂ ਰੱਖ ਦਿੱਤਾ। ਉਹ ਬੇੜੀ ਮਹਾਤਮਾ ਕਹਿੰਦਾ ਹੈ ਇਹੜਾ ਜਿਹੜੀ ਹੈ ਇਹ ਜਮਨਾ ਹੈ, ਪਿੰਗਲਾ ਸਰਜੀ ਜਿਹੜੀ ਹੈ ਇਹ ਗੰਗਾ ਹੈ, ਜਿਹੜੀ ਉੱਪਰੋਂ ਆ ਰਹੀ ਹੈ ਇਹ ਸਰਸਵਤੀ ਹੈ, ਔਰ ਤਿੰਨਾਂ ਦਾ ਮੇਲ ਇਸ ਜਗ੍ਹਾ ਉੱਤੇ ਹੁੰਦਾ ਹੈ। ਕਹਿੰਦਾ ਇਹੜਾ ਪਿੰਗਲਾ ਔਰ ਸੁਖਮਣਾ ਤੀਨ ਬਸੇ ਇਕਠਾਏ, ਬੇੜੀ ਸੰਗਮ ਤਾਹੇ ਪ੍ਰਯਾਗ ਹੈ। ਬੇੜੀ ਕਹਿੰਦਾ ਹੈ ਇਹ ਗੁਰਮੁਖੋ ਉਹ ਜਿਹੜਾ ਸੰਗਮ ਹੈ ਉਹਦਾ ਨਾਮ ਪ੍ਰਯਾਗ ਹੈ। ਮਨ ਮਜਨ ਕਰੇ ਤੇ ਥਾਈ, ਉੱਥੇ ਮਨ ਇਸ਼ਨਾਨ ਕਰਦਾ ਹੈ, ਉੱਥੇ ਮਨ ਦੀਆਂ ਮੈਲਾਂ ਨਿਕਲਦੀਆਂ ਹਨ, ਮਨ ਚੋਂ ਕਾਮ ਨਿਕਲਦਾ ਹੈ, ਕ੍ਰੋਧ ਨਿਕਲਦਾ ਹੈ, ਔਰ ਮਨ ਦੇ ਵਿੱਚੋਂ ਹੋਰ ਐਪ ਪਾਪ ਨਿਕਲਦੇ ਹਨ। ਸਭ ਬੁਰਾਈਆਂ ਉਸ ਤੀਰਥ ਉੱਤੇ ਇਸ਼ਨਾਨ ਕਰਤਾ ਨਿਕਲ ਜਾਂਦੀਆਂ। ਰੋਜ਼ ਜਪਜੀ ਸਾਹਿਬ ਚ ਪਾਠ ਕਰਦੇ ਹਾਂ, ਜੇ ਕੋ ਪਾਵੇ ਤਿਲ ਕਾ ਮਾਣ। ਕਹਿੰਦੇ ਨੇ ਤੀਰਥ ਤਪ ਦਇਆ ਦਤ ਦਾਨ ਤੇ ਜੇ ਕੋ ਪਾਵੇ ਤਿਲ ਕਾ ਮਾਣ। ਕਹਿੰਦੇ ਇਹ ਜਿਹੜਾ ਤਿਲ ਹੈ ਜਿਸ ਨੂੰ ਆਤਮ ਤੀਰਥ ਕਹਿ ਕੇ ਮਹਾਤਮਾ ਨੇ ਬਿਆਨ ਕੀਤਾ ਹੈ, ਅਗਰ ਇਸ ਤੀਰਥ ਵਿੱਚ ਕੋਈ ਜਾ ਕੇ ਇਸ਼ਨਾਨ ਕਰ ਲਵੇ ਤੇ ਕਹਿੰਦੇ ਨੇ ਉਸ ਨੂੰ ਨਾ ਪੁੰਨ ਕਰਨ ਦੀ ਲੋੜ ਹੈ, ਨਾ ਦਾਨ ਕਰਨ ਦੀ ਲੋੜ ਹੈ, ਨਾ ਕੋਈ ਹੋਰ ਨਹਾਉਣ ਦੀ ਲੋੜ ਹੈ, ਨਾ ਕਿਸੇ ਪਾਸੇ ਜਾਣ ਦੀ ਲੋੜ ਹੈ, ਨਾ 88 ਤੀਰਥਾਂ ਦੇ ਇਸ਼ਨਾਨ ਦੀ ਲੋੜ ਹੈ। ਕਹਿੰਦੇ ਨੇ ਉਹਦੇ ਸਾਰਾ ਜਿਹੜਾ ਹੈ ਸਭ ਗੁਣ ਔਰ ਸਭ ਵਡਿਆਈਆਂ ਉਸ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਇਹਨੂੰ ਮਿਲ ਜਾਂਦੀਆਂ। ਬਾਣੀ ਚ ਹੋਰ ਵੀ ਆਉਂਦਾ ਹੈ ਕੋਟ ਤੀਰਥ
ਮਜਨ ਇਸਨਾਨਾ ਕਹਿੰਦੇ ਨੇ ਸੰਸਾਰ ਦੇ ਉੱਤੇ ਕਰੋੜਾਂ ਤੀਰਥ ਵੀ ਅਗਰ ਅਸੀਂ ਗਿਣ ਲਈਏ, ਔਰ ਕੋਈ ਪੁਰਸ਼ ਭਾਗਾਂ ਵਾਲਾ ਐਸਾ ਹੋਵੇ ਜਿਸ ਨੂੰ ਉਸ ਕਰੋੜਾਂ ਤੀਰਥ ਜਿਹੜੇ ਹੈ ਉਹਨਾਂ 'ਚ ਇਸ਼ਨਾਨ ਕਰਨ ਦਾ ਸਮਾਂ ਜ਼ਿੰਦਗੀ 'ਚ ਮਿਲ ਗਿਆ ਹੋਵੇ। ਕੋਟ ਤੀਰਥ ਮਜਨ ਇਸਨਾਨਾ ਇਸ ਕਲਮੇ ਮੈਲ ਭਰੀਜੇ, ਕਹਿੰਦੇ ਨੇ ਤਾਂ ਵੀ ਮੈਲ ਨਹੀਂ ਉਤਰਦੀ। ਇਹ ਯੁੱਗ ਹੀ ਐਸਾ ਹੈ ਜਿਸ ਯੁੱਗ ਦੇ ਵਿੱਚ ਸਭ ਤੀਰਥਾਂ 'ਚ ਵੀ ਮੈਲ ਹੀ ਮੈਲ ਭਰੀ ਪਈ ਹੈ, ਔਰ ਕੋਈ ਮੈਲ ਤੀਰਥ ਜਿਹੜਾ ਹੈ ਉਹ ਮੈਲ ਨਹੀਂ ਉਤਾਰ ਸਕਦਾ। ਇਹ ਬਾਣੀਆਂ ਦੇ ਵਿੱਚ ਸਿਦਕ ਦਿਲ ਦੇ ਨਾਲ ਉਸ ਵਕਤ ਦੀ ਸੰਗਤ ਨੂੰ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ। ਕੋਟ ਤੀਰਥ ਮਜਨ ਇਸਨਾਨਾ ਇਸ ਕਲਮੇ ਮੈਲ ਭਰੀਜੇ, ਕਹਿੰਦੇ ਸਾਧ ਸੰਗਤ ਜੋ ਹਰ ਗੁਣ ਗਾਏ ਸੋ ਨਿਰਮਲ ਕਰ ਲੀਜੇ। ਕਹਿੰਦੇ ਜੇ ਤੀਰਥ ਹੀ ਦੌੜਾ ਤੇ ਜਾਓ ਸਾਧ ਸੰਗਤ 'ਚ ਬੈਠੋ। ਬਾਹਰ ਮੁਖੀ ਅਗਰ ਸੱਚਾ ਤੀਰਥ ਹੈ ਤੇ ਸਾਧ ਸੰਗਤ ਹੈ। ਹਜ਼ੂਰ ਫਰਮਾਇਆ ਕਰਦੇ ਸਨ, ਸਤਸੰਗ ਇੱਕ ਐਸਾ ਤੀਰਥ ਹੈ ਜਿਸ ਵਿੱਚ ਆ ਕੇ ਆਦਮੀ ਆਪਣੇ ਸਭ ਐਪ ਪਾਪ ਹੌਲੀ ਹੌਲੀ ਤਿਆਗ ਜਾਂਦਾ ਹੈ। ਡਾਕੂ ਡਕੈਤੀਆਂ ਛੱਡ ਜਾਂਦੇ ਹਨ, ਚੋਰ ਚੋਰੀਆਂ ਛੱਡ ਜਾਂਦੇ ਨੇ, ਠੱਗ ਠੱਗੀਆਂ ਛੱਡ ਜਾਂਦੇ ਨੇ, ਪਾਪੀ ਪਾਪ ਤਿਆਗ ਜਾਂਦੇ ਨੇ, ਦੁਸ਼ਟ ਨੀਚਤਾ ਤਿਆਗ ਜਾਂਦੇ ਹਨ। ਕਹਿੰਦੇ ਨੇ ਇਹ ਸਤਸੰਗ ਇੱਕ ਤੀਰਥ ਹੈ ਜਿਸ ਤੀਰਥ ਵਿੱਚ ਇਸ਼ਨਾਨ ਕਰਨ ਦੇ ਨਾਲ ਇਹ ਪੁਰਸ਼ ਜਿਹੜਾ ਹੈ ਇਹ ਪਵਿੱਤਰ ਹੋ ਜਾਂਦਾ ਹੈ। ਤੇ ਫਿਰ ਗੁਰੂ ਸਾਹਿਬ ਹੋਰ ਵੀ ਲਿਖਦੇ ਹਨ, ਕਹਿੰਦੇ ਉਸ ਇੱਕ ਮਾਲਕ ਦੀ ਬੰਦਗੀ ਦਾ ਉਪਦੇਸ਼ ਜਿਹੜਾ ਹੈ ਇਹ ਸਤਸੰਗ ਦੇ ਵਿੱਚ ਸਿਖਾਇਆ ਜਾਂਦਾ ਹੈ। ਔਰ ਜਿਹੜਾ ਪੁਰਸ਼ ਉਹ ਇੱਕ ਮਾਲਕ ਦੀ ਬੰਦਗੀ ਕਰਨ ਵਾਲੇ ਪਾਸੇ ਵਾਲਾ ਆਪਣਾ ਰੁਖ ਮੋੜ ਲੈਂਦਾ ਹੈ, ਐਸਾ ਪੁਰਸ਼ ਜਿਹੜਾ ਹੈ ਉਹ ਸਭ ਤੀਰਥਾਂ ਦੇ ਇਸ਼ਨਾਨ ਕਰਨ ਦਾ ਫਲ ਜਿਹੜਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਕਹਿੰਦੇ ਨੇ ਪੂਜੋ ਰਾਮ, ਉਹ ਅਕਾਲ ਪੁਰਖ ਪਰਮੇਸ਼ਰ ਨੂੰ ਰਾਮ ਕਹਿ ਕੇ ਪੁਕਾਰ ਰਹੇ ਹਨ। पूजो राम एक ही देवा, सच्चा देवता और सच्चा पूजा करने वाला वो एक राम ही है, एक अकाल पुरख ही है। ते साचा नामन गुर की सेवा, सच्चा स्नान जिहड़ा है, जिहड़ा गुरु घर विच जाके असी गुरु दर्शन करने हैं, ये भी गुरु की सेवा है। गुरु दे कहे जो काम करते हाँ वो भी गुरु की सेवा है। गुरु के कहने के मुताबिक जब वो रजा विच रहते हाँ और ओदी पनाह विच रहने हाँ और ओदे भाने विच रहने हाँ, ये भी गुरु की सेवा है। जिहड़ा पुरुष इस तीरथ विच जा वड़िया उन्होंने मैल किहड़े पासे लुपो सकती है, विचार के देखो। फिर इस पुरुष की की हालत है, तीरथ नाए और धरनी परमता, एन तो ये शुगल रखिया होया है भी धरती के उत्ते आवारागर्दी करो कि जिहड़े तीरथ हैं उन्हां उत्ते टुबियां लाउंदे फिरो। ये बाणी कह रही कहते तीरथ नाए और धरती परमता ते आगे ठौर न पावे। मता दिल विच ये ख्याल रखो कि ऐसा पुरुष जिहड़ा है सारी धरती के उत्ते घूम घूम के तीर्थां विच नहाउण डिया होया है, ऐसा पुरुष जिहड़ा है वो अपने मैलों नूं और अपने पापां और गुनाहां दी मैल जिहड़ी है धो लवेगा। गुरु साहब कहते कि वेखियो इस भलेखे विच ना पै जाओ। जेड़ा पुरुष तीरथ नाए और धरती परमता ते आगे ठौर न पाए, उहा काम आवे ए बिद, उहा काम ना आवे ए बिद, वो लोगन ही पति आए। कहते ने ओदे ए जिहड़ा नहाउणा है मरण समय ओदे किसे काम नहीं आउणा। वो तो लोगों को पतियाउंदा रहा भी मैं तीर्थगामी है, वेखो मैं किन्ने तीर्थ कर आया हाँ। लोगों को श्रद्धा नाल मत्थे टिकाउंदा है, उन्होंने को सेवा कराउंदा है। फिर विचार के देखिए ये जिहड़ा इशनान करने का जिहड़ा महात्मा असीं दिल च लैके असीं बैठ गए हाँ, ये महीना जरूर नहाउणा है। इस महीने दे विच कई कई हठीया बंदे ऐसे देखे गए हैं, वो आंदे साडा महीना ना टुट जावे नहाउणा, भावें सानूं नमूनिया बेशक हो जाए, पाप चढ़िया होया है। हकीम और डॉक्टर कहते हैं भी वेखी नहाउणा नहीं हुण तो जिन्ना चर ताक ना उतरे। कहता मेरा तो महीना नहाउणा हो तो मेरा नेम टुट जाना है, समझ लो। मैं तो नहाउणा है तो हुक्म भी ये होया भी ठंडे पानी नाल नहाउणा है, ताप चढ़े ठंडा पानी उत्ते पाओ तो फिर नमूने ही होना कि कुछ होर होना है। ये साडियां अकलां सानूं इउं जवाब दे गई है। तो इस महीने च बाहर दे नहाउण दा नहीं, नहाउणा कोई गुनाह नहीं, पाप नहीं है। बाणी ते गुरु साहब सो कहते ने कुर्बानी तिना गुर सिखा जो अमृत वेले सर ना वंदे।
ਉਹ ਕਹਿੰਦੇ ਨੇ ਮੈਂ ਤਾਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਿਰ ਤੋਂ ਲੱਗ ਕੇ ਪੈਰਾਂ ਤੱਕ ਇਸ਼ਨਾਨ ਕਰਦੇ ਨੇ। ਸਿਰ ਤੋਂ ਲੱਗ ਕੇ ਪੈਰਾਂ ਤੱਕ ਇਸ਼ਨਾਨ ਕਰਨ ਦਾ ਕੀ ਮਤਲਬ ਹੈ? ਰਾਤ ਦੀ ਸੁਸਤੀ ਗਨੂਦਗੀ ਜਿਹੜੀ ਹੈ ਦੂਰ ਹੋ ਜਾਂਦੀ ਹੈ, ਅੰਦਰ ਚੇਤਨਤਾ ਆ ਜਾਂਦੀ ਹੈ, ਭਜਨ ਸਿਮਰਨ ਕਰਨ ਵਾਸਤੇ ਇਕਾਗਰਤਾ ਆ ਜਾਂਦੀ ਹੈ। ਬਾਹਰੋਂ ਠੰਡ ਪੈਣ ਨਾਲ ਈਰਖਾ ਔਰ ਸਾੜੇ ਦੇ ਖਿਆਲ ਜਿਹੜੇ ਨੇ ਕੁਦਰਤੀ ਤੌਰ ਤੇ ਨੱਪੇ ਜਾਂਦੇ ਹਨ। ਮਾਲਕ ਵੱਲ ਪਿਆਰ ਬਦੋ ਬਦੇ ਜਾਗਣ ਲੱਗ ਜਾਂਦਾ ਹੈ। ਇਹ ਸਵੇਰੇ ਉੱਠ ਕੇ ਨਹਾਉਣ ਦਾ ਫਲ ਹੈ। ਅਸੀਂ ਬਹੁਤ ਸਾਰੇ ਸਾਡਿਆਂ ਇਹੋ ਹੀ ਹਾਲਤ ਹੈ। ਨਹਾਉਣਾ ਤੇ ਇੱਕ ਪਾਸੇ ਰਿਹਾ, ਭਜਨ ਬੈਠਣ ਲੱਗਿਆ ਮੂੰਹ ਧੋਣਾ ਵੀ ਬਰਦਾਸ਼ਤ ਨਹੀਂ ਅੱਜ ਕੱਲ ਕੋਈ ਕਰਦਾ। ਉਸ ਵੇਲੇ ਉੱਠਿਆ ਤੇ ਉਸ ਵੇਲੇ ਰਜਾਈ ਦਾ ਚੁੰਮ ਉਸ ਤਰ੍ਹਾਂ ਲੇਟ ਲਿਆ, ਉਸ ਵੇਲੇ ਘਰਾੜੇ ਮਾਰਨੇ ਸ਼ੁਰੂ ਕਰਤੇ, ਲੰਮੇ ਪੈ ਕੇ ਨਾ ਮਾਰੇ ਤੇ ਬੈਠਾ ਮਾਰਦਾ ਰਿਹਾ, ਫਰਕ ਕੀ ਪੈ ਗਿਆ? ਤੋ ਵਿਚਾਰਨ ਵਾਲੀ ਚੀਜ਼ ਇਹ ਹੈ, ਇਸ ਇਸ਼ਨਾਨ ਕਰਨ ਦਾ ਭਾਵ ਇਹ ਹੈ ਕਿ ਆਪਣੇ ਅੰਦਰ ਚੇਤਨਤਾ ਲਿਆਉਣੀ ਹੈ। ਅਸੀਂ ਹੁਸ਼ਿਆਰ ਹੋ ਕੇ ਲੜਾਈ ਲੜਨੀ ਹੈ ਮਨ ਨਾਲ। ਮਨ ਨੇ ਕਈ ਤਰੀਕੇ ਨਾਲ ਸਾਨੂੰ ਢਾਉਣਾ ਹੈ। ਕਦੀ ਸਾਨੂੰ ਨੀਂਦ ਲਿਆ ਦੇਣੀ ਹੈ, ਕਦੀ ਸਾਡੀਆਂ ਲੱਤਾਂ 'ਚ ਕੜਲ ਪਾਉਣੇ ਹਨ, ਕਦੀ ਸਾਡੀ ਕਮਰ ਧਾਉਣੀ ਹੈ, ਕਦੀ ਸਾਨੂੰ ਦੁਨੀਆ ਦੇ ਖਿਆਲ ਸਾਡੇ ਅੱਗੇ ਲਿਆ ਕੇ ਸੁੱਟਣੇ ਹਨ। ਉਹਨੂੰ ਪਤਾ ਹੈ ਵੀ ਇਹਨੂੰ ਤੇ ਮੈਂ ਨੀਂਦ ਨਾਲ ਹੀ ਮਾਰ ਲੈਣਾ ਹੈ ਤੇ ਬਾਕੀ ਕੰਮ ਤੇ ਛੱਡ ਦਿਓ ਹੋਰ ਵੱਖਰੇ। ਮੋਟਾ ਸਾਰਾ ਲੇਫ ਲੈ ਕੇ ਜਦੋਂ ਉੱਤੇ ਮੰਜੇ ਤੇ ਬਹਿ ਗਿਆ, ਬਸ ਚੱਲ ਗੱਡੀ ਚੱਲ ਪੈਂਦੀ ਘਰਾੜਿਆਂ ਦੀ। ਥਾਂ ਤਾਂ ਜਿਉਂ ਸ਼ੁਰੂ ਹੁੰਦਾ ਹੈ, ਬਸ ਬੈਠੇ ਬੈਠੇ ਸਾਰਾ ਵਕਤ ਲੰਘ। ਤੋ ਇਹ ਚੇਤਨਤਾ ਨਹਾਉਣਾ ਜਿਹੜਾ ਹੈ ਮਾੜਾ ਨਹੀਂ ਹੈ, ਲੇਕਿਨ ਨਹਾਉਣ ਦੇ ਨਾਲ ਜਿਹੜਾ ਕੰਮ ਕਰਨਾ ਹੈ ਉਸ ਕੰਮ ਨੂੰ ਸਾਰੇ ਅਸੀਂ ਵਿਸਰ ਗਏ। ਹੁਣ ਬਾਣੀ ਵਿੱਚ ਗੁਰੂ ਸਾਹਿਬ ਨਹਾਉਣ ਦਾ ਫਲ ਦੱਸ ਕੇ ਕਹਿੰਦੇ ਨੇ ਮਾਘ ਮਜਨ ਸੰਗ ਸਾਧੂਆਂ, ਜਾਓ ਕਿਤੇ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਬੈਠੋ, ਤੂੜੀ ਕਰ ਇਸ਼ਨਾਨ। ਤੇ ਕਹਿੰਦੇ ਨੇ ਸੰਤਾਂ ਦੇ ਚਰਨਾਂ ਦੀ ਧੂੜੀ ਦਾ ਅਗਰ ਕੋਈ ਪੁਰਸ਼ ਇਸ਼ਨਾਨ ਕਰ ਲਏ, ਕਹਿੰਦੇ ਉਹਦੇ ਸਾਰੇ ਪਾਪ ਦੂਰ ਹੋ ਜਾਂਦੇ। ਹੁਣ ਅਜ਼ਮਾਇਸ਼ ਕਰਕੇ ਵੇਖ ਲਈਏ, ਜਿੱਥੋਂ ਸੰਤ ਤੁਰੇ ਜਾਂਦੇ ਹੋਣ ਉਹਨਾਂ ਦੇ ਚਰਨਾਂ ਦੀ ਧੂੜੀ ਕੋਈ ਮਣਾ ਮੂੰਹੀ ਵੀ ਇਕੱਠੀ ਕਰ ਲਵੇ ਔਰ ਮਣਾ ਮੂੰਹੀ ਇਕੱਠੀ ਕਰਕੇ ਤੇ ਉਹਦੇ ਨਾਲ ਪਿੰਡੇ ਨਹਾਵੇ, ਉਸ ਪੁਰਸ਼ ਦਾ ਮਨ ਕਦੀ ਨਹੀਂ ਬਦਲ ਸਕਦਾ। ਉਹਦੇ ਅੰਦਰੋਂ ਪਾਪਾਂ ਵਿਕਾਰਾਂ ਦੀ ਮੈਲ ਕਦੀ ਨਹੀਂ ਲੱਥ ਸਕਦੀ। ਬਾਣੀ ਦੇ ਮੁਤਾਬਕ ਤਾਂ ਸਾਨੂੰ ਪਤਾ ਹੀ ਨਹੀਂ ਵੀ ਗੁਰੂ ਦੇ ਚਰਨ ਕਿੱਥੇ ਹਨ। ਜਿਸ ਦਿਨ ਗੁਰੂ ਨਾਮ ਇਸ ਸਿੱਖ ਨੂੰ ਦਿੰਦਾ ਹੈ, ਉਸ ਦਿਨ ਕਹਿ ਦਿੰਦਾ, ਉਸੇ ਵੇਲੇ ਕਹਿ ਦਿੰਦਾ ਹਮੇ ਨਾਲ ਵੀ ਅੱਜ ਮੈਂ ਤੇਰੇ ਅੰਦਰ ਬੈਠ ਗਿਆ। ਜਦੋਂ ਗੁਰੂ ਅੰਦਰ ਬੈਠ ਗਿਆ ਤਾਂ ਚਰਨ ਉਹਦੇ ਬਾਹਰ ਰਹਿ ਗਏ। ਗੁਰੂ ਦੇ ਚਰਨ ਕਿੱਥੇ ਹਨ ਇਹ ਵੀ ਬਾਣੀ ਸੋਝੀ ਦਿੰਦੀ ਹੈ। ਗੁਰ ਕੇ ਚਰਨ ਹੈ ਮੇਰੇ ਮਾਥੇ। ਬਾਣੀ ਕਹਿੰਦੀ ਹੈ ਗੁਰੂ ਦੇ ਚਰਨ ਜਿਹੜੇ ਹਨ ਸਿੱਖ ਦੇ ਮੱਥੇ ਵਿੱਚ ਹਨ। ਗੁਰੂ ਉਜਾੜਾ ਪਹਾੜਾਂ ਵਿੱਚ ਹੈ। ਇਹ ਸਿੱਖ ਤਦ ਵੀ ਸਤਿਗੁਰੂ ਦੇ ਦਰਸ਼ਨ ਕਰ ਸਕਦਾ ਹੈ। ਪਹਿਲਾਂ ਪਹਿਲ ਜਦ ਸਿੱਖ ਅਭਿਆਸ ਤੇ ਬੈਠਦਾ ਹੈ, ਅੱਖਾਂ ਮੀਟ ਕੇ ਅੰਦਰ ਧਿਆਨ ਲਾਉਂਦਾ ਹੈ ਤਾਂ ਅੰਦਰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਉਹ ਹਨੇਰਾ ਜਿਹੜਾ ਹੈ, ਉਸ ਹਨੇਰੇ ਨੂੰ ਦੇਖ ਕੇ ਘਬਰਾਉਣਾ ਨਹੀਂ, ਛੱਡ ਕੇ ਪਛਾਣ ਨਹੀਂ ਭੱਜਣਾ। ਉਸ ਹਨੇਰੇ ਨੂੰ ਤੱਕਦੇ ਰਹਿਣਾ ਹੈ। ਤੱਕਦਿਆਂ ਉਸ ਹਨੇਰੇ ਵਿੱਚ ਕੁਦਰਤੀ ਤੌਰ ਤੇ ਪ੍ਰਕਾਸ਼ ਜਿਹੜਾ ਹੈ ਆਉਂਦਾ ਜਾਣਾ ਹੈ ਔਰ ਹਨੇਰਾ ਪਾਟਦਾ ਜਾਣਾ ਹੈ। ਜਿਹੜਾ ਉਹ ਪ੍ਰਕਾਸ਼ ਆਉਂਦਾ ਜਾਂਦਾ ਹੈ ਉਹ ਕੀ ਹੈ? ਉਹ ਸੰਤਾਂ ਦੇ ਚਰਨਾਂ ਦੀ ਧੂੜ ਹੈ। ਜਿਹੜਾ ਉਸ ਧੂੜ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਉਹਨੂੰ ਉਸੇ ਵੇਲੇ ਭਰੋਸਾ ਹੋ ਜਾਂਦਾ ਵੀ ਮੇਰਾ ਫਲਾਣਾ ਗੁਨਾਹ ਵੀ ਦੂਰ ਹੋ ਗਿਆ, ਮੇਰਾ ਫਲਾਣਾ ਪਾਪ ਵੀ ਨਿਕਲ ਗਿਆ, ਮੇਰਾ ਕਾਮ ਵੀ ਨਿਕਲ ਗਿਆ, ਅੱਜ ਕ੍ਰੋਧ ਵੀ ਨਿਕਲ ਗਿਆ, ਅੱਜ ਲੋਭ ਵੀ ਨਿਕਲ ਗਿਆ, ਫਲਾਣਾ ਜਿਹੜਾ ਕਰਮ ਕੀਤਾ ਸੀ ਉਹ ਵੀ ਅੱਜ ਨਾਸ ਹੋ ਗਿਆ। ਉੱਥੇ ਇਹ ਚੇਤਨਤਾ ਮਿਲਦੀ ਹੈ, ਉੱਥੇ ਇਹ ਗਿਆਨ ਪ੍ਰਾਪਤ ਹੁੰਦਾ ਹੈ। ਇਹਨੂੰ ਜਨਮਾਂ ਜਨਮਾਂਤਰਾਂ ਦੀ ਸੋਝੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਦੀ ਦੇਵ ਦ੍ਰਿਸ਼ਟ ਖੁੱਲਣੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਉਹ ਸੁੱਚੀ ਹਾਲਤ ਪ੍ਰਾਪਤ ਹੁੰਦੀ ਹੈ। ਇਹਦੀ ਮੈਲਾਂ ਜਿਉਂ-ਜਿਉਂ ਲੱਥਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹ ਨਿਰਮਲ ਹੁੰਦਾ ਜਾਂਦਾ ਹੈ। ਇਹਦੇ ਅੰਦਰੋਂ ਤਮਾਮ ਚੀਜ਼ਾਂ ਜਿਹੜੀਆਂ ਨੇ ਦੂਰ ਹੋ ਜਾਂਦੀਆਂ। ਤਾਂ ਗੁਰੂ ਸਾਹਿਬ ਇਸ ਨਹਾਉਣ ਦੀ ਹਦਾਇਤ ਕਰ ਰਹੇ ਹਨ। ਇਸ ਤੀਰਥ ਤੇ ਜਾ ਕੇ ਅਗਰ ਕੋਈ ਇਸ਼ਨਾਨ ਕਰ ਸਕਦਾ ਹੈ ਤੇ ਕਰੋ, ਜੇ ਕਿਸੇ ਪਾਸ ਹਿੰਮਤ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਹਿੰਦੇ ਹਰ ਕਾ ਨਾਮ ਧਿਆਏ ਸੁਣ ਤੇ ਸਭਨਾਂ ਨੂੰ ਕਰਦਾ। ਕਹਿੰਦੇ ਜਿਹੜਾ ਪੁਰਸ਼ ਇਹ ਤਿੰਨ ਚੀਜ਼ਾਂ ਇੱਥੇ ਦੱਸੀਆਂ ਦੂਸਰੀ ਪੰਕਤੀ ਵਿੱਚ, ਹਰ ਕਾ ਨਾਮ ਧਿਆਏ, ਜਿਹੜਾ ਪੁਰਸ਼ ਹਰੀ ਦਾ ਨਾਮ ਧਿਆਉਂਦਾ ਹੈ। ਧਿਆਉਣਾ ਨਾਮ ਜਪਣਾ ਨਹੀਂ ਹੈ, ਜ਼ੁਬਾਨ ਨਾਲ ਨਹੀਂ ਬੋਲਣਾ। ਧਿਆਉਣਾ ਮਤਲਬ ਹੈ ਕਿਸੇ ਦੀ ਯਾਦਦਾਸ਼ਤ ਦਿਲ ਵਿੱਚ ਜਿਹੜੀ ਐਸੀ ਰੱਖਣੀ ਹੈ ਕਿ ਜਿਹੜੀ ਵਿਸਰੇ ਹੀ ਨਾ। ਤੋ ਜਿਉਂ ਧਿਆਉਂਦਾ ਹੈ, ਕਹਿੰਦੇ ਉਸ ਧਿਆਉਣ ਦਾ ਫਲ ਕੀ ਹੈ? ਜਦ ਹਰ ਨਾਮ ਪ੍ਰਗਟ ਹੋ ਜਾਂਦਾ ਹੈ ਤਾਂ ਹਰ ਨਾਮ ਆਪ ਆਵਾਜ਼ਾਂ ਦੇਣ ਲੱਗ ਪੈਂਦਾ ਹੈ। ਇਹ ਸੌਂ ਜਾਵੇ ਤਾਂ ਵੀ ਇਹਨੂੰ ਜਗਾਉਂਦਾ ਰਹਿੰਦਾ ਹੈ।
ਇਹ ਤੁਰਦਾ ਫਿਰਦਾ ਕੰਮਕਾਰ ਕਰੇ, ਇਹਦਾ ਧਿਆਨ ਹੋਰ ਪਾਸੇ ਪਵੇ, ਤਾਂ ਵੀ ਆਵਾਜ਼ਾਂ ਦੇ ਕੇ ਕਹਿੰਦਾ ਨਹੀਂ ਨਹੀਂ ਮੇਰੀ ਵੀ ਗੱਲ ਸੁਣ, ਮੈਂ ਵੀ ਤੇਰੇ ਅੰਦਰ ਬੋਲ ਰਿਹਾ। ਜਦ ਸ਼ਬਦ ਪ੍ਰਗਟ ਹੋ ਜਾਏ ਉਸ ਸਿੱਖ ਦੀ ਤੁਸੀਂ ਹਾਲਤ ਸੁਣੋ, ਉਹ ਤੇ ਸੁੱਤੇ ਬੈਠਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਕੋਈ ਜ਼ੁਬਾਨ ਨਾਲ ਜਪੀਦਾ ਹੈ। ਜ਼ੁਬਾਨ ਨਾਲ ਜਪੀਏ ਤੇ ਗਲ ਪਵਾੜਾ ਪੈ ਗਿਆ, ਇਹ ਤਾਂ ਮੁਫਤ ਦੀ ਮੁਸੀਬਤ ਗੱਲ ਪੈ ਜਾਂਦੀ ਹੈ। ਇੱਕਦਮ ਬੰਦਾ ਥੱਕ ਜਾਂਦਾ, ਅੱਕ ਜਾਂਦਾ ਹੈ। ਉਹ ਜਿਸ ਸ਼ਬਦ ਪ੍ਰਗਟ ਹੋ ਜਾਂਦਾ ਹੈ ਉਹ ਇਹਦਾ ਹਰ ਵਕਤ ਧਿਆਉਣਾ ਜਿਹੜਾ ਹੈ ਇਹਦੇ ਅੰਦਰ ਜਾਰੀ ਹੋ ਜਾਂਦਾ ਹੈ। ਇਹ ਸੁੱਤਾ ਹੋਇਆ ਤਦ ਵੀ ਉਹ ਇਸ ਨੂੰ ਆਵਾਜ਼ਾਂ ਦੇ ਰਿਹਾ ਹੈ, ਇਹ ਜਾਗਦਾ ਹੈ ਤਦ ਵੀ ਆਵਾਜ਼ਾਂ ਦੇ ਰਿਹਾ ਹੈ, ਕੰਮ ਕਰ ਰਿਹਾ ਤਾਂ ਵੀ ਆਵਾਜ਼ਾਂ ਦੇ ਰਿਹਾ ਹੈ। ਕਿਸੇ ਸਮੇਂ ਉਹ ਆਪਣੇ ਨਾਲ ਇਹਨੂੰ ਅਲੱਗ ਨਹੀਂ ਹੋਣ ਦਿੰਦਾ। ਇਹੋ ਜਿਹਾ ਜਿਹੜਾ ਪੁਰਸ਼, ਅਗਰ ਗੁਰਮੁਖ ਜਿਹੜਾ ਪੁਰਸ਼ ਹੈ ਜਿਹਦੇ ਅੰਦਰ ਇਸ ਤਰ੍ਹਾਂ ਉਹ ਸ਼ਬਦ ਪ੍ਰਗਟ ਹੋ ਜਾਂਦਾ ਹੈ, ਉਹ ਉਸ ਸ਼ਬਦ ਨੂੰ ਧਿਆਉਂਦਿਆਂ ਹੋਇਆ ਅੰਦਰ ਸੁਣਦਾ ਵੀ ਹੈ, ਫਿਰ ਉਸ ਦੀ ਮਹਿਮਾ ਔਰ ਪ੍ਰਚਾਰ ਲੋਕਾਂ ਨੂੰ ਜਿਹੜਾ ਕਰਦਾ ਹੈ, ਇਹਦਾ ਨਾਂ ਦਾਨ ਦੇਣਾ ਹੈ, ਤਾਂ ਕਿ ਉਹਨਾਂ ਦੀ ਰੁਚੀ ਵੀ ਇਸ ਪਾਸੇ ਨੂੰ ਨਿਕਲ ਕੇ ਪਰਮਾਰਥ ਵਾਲੇ ਪਾਸੇ ਵੱਲ ਆ ਜੁੜ ਸਕੇ। ਤੋ ਜਿਹੜਾ ਧਿਆਉਂਦਾ ਹੈ, ਜਿਹੜਾ ਉਸ ਨੂੰ ਸੁਣਦਾ ਹੈ, ਜਿਹੜਾ ਉਸ ਦੀ ਮਹਿਮਾ ਬਿਆਨ ਕਰਦਾ ਹੈ, ਐਸਾ ਪੁਰਸ਼ ਜਿਹੜਾ ਹੈ ਕਹਿੰਦੇ ਨੇ ਉਹ ਦਾਨ ਦਾ ਵੀ ਫਾਇਦਾ ਉਠਾਉਂਦਾ ਹੈ, ਉਹ ਸਿਮਰਨ ਦਾ ਵੀ ਫਾਇਦਾ ਉਠਾਉਂਦਾ ਹੈ, ਉਹ ਇਸ਼ਨਾਨ ਦਾ ਵੀ ਫਾਇਦਾ ਉਠਾਉਂਦਾ ਹੈ। ਕਹਿੰਦੇ ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹ ਇਸ ਚੀਜ਼ ਦਾ ਪੂਰਾ ਫਾਇਦਾ ਪ੍ਰਾਪਤ ਕਰਦਾ ਹੈ। ਹੁਣ ਅੱਗੇ ਸੁਣੋ ਕੀ ਕਹਿੰਦੇ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਦਿਨ ਸੈ ਲੋਭ ਸੁਆਨ। ਹੁਣ ਗੁਰੂ ਸਾਹਿਬ ਸੰਗਤ ਨੂੰ ਸਮਝਾ ਰਹੇ ਹਨ, ਕਹਿੰਦੇ ਜਿਹੜੇ ਜਨਮਾਂ ਜਮਾਂਤਰਾਂ ਦੇ ਕਰਮ ਸੀ ਉਹ ਵੀ ਧੋਤੇ ਗਏ। ਕਹਿੰਦੇ ਜਿਹੜੇ ਅੰਦਰ ਕਾਮ ਸੀ, ਕ੍ਰੋਧ ਸੀ, ਇੱਕ ਤਾਂ ਲੋਭ ਜਿਹੜਾ ਭੌਂਕ ਰਿਹਾ ਸੀ ਦਿਨ ਰਾਤ ਅੰਦਰ, ਜਿਹੜਾ ਸਾਨੂੰ ਉਸ ਪਾਸੇ ਦਾ ਧਿਆਨ ਨਹੀਂ ਸੀ ਦੇਣ ਦਿੰਦਾ, ਉਹ ਵੀ ਖਤਮ ਹੋ ਗਿਆ। ਤਮਾਮ ਬੁਰਾਈਆਂ ਜਿਹੜੀਆਂ ਅੰਦਰੋਂ ਨਿਕਲ ਗਈਆਂ, ਈਰਖਾ ਨਿਕਲ ਗਿਆ, ਸਾੜਾ ਨਿਕਲ ਗਿਆ, ਜ਼ਿਦਾ ਨਿਕਲ ਗਈਆਂ। ਇਹ ਸਭ ਜੋ ਕੁਛ ਬਾਹਰ ਦੀਆਂ ਜਿਹੜੀਆਂ ਊਣਤਾਈਆਂ ਹਨ, ਇਹ ਬਾਹਰ ਮੁਖਤਾ ਦੀਆਂ ਨਿਸ਼ਾਨੀਆਂ ਹਨ ਕਿ ਅਸੀਂ ਬਾਹਰ ਮੁਖੀ ਹੋਏ ਬੈਠੇ ਹੋਏ। ਜਿਹੜਾ ਜ਼ਿਦਾ ਕਰਦਾ ਹੈ, ਈਰਖਾ ਕਰਦਾ ਹੈ, ਲੜਾਈਆਂ ਕਰਦਾ ਹੈ, ਝਗੜੇ ਖੜੇ ਕਰਦਾ ਹੈ, ਦੂਸਰੇ ਦਾ ਭਜਨ ਨਸ਼ਟ ਕਰਦਾ ਹੈ, ਤੋਮਤਾ ਲਾਉਂਦਾ ਹੈ, ਕੁਛ ਹੋਰ ਕਰਦਾ ਹੈ, ਐਸਾ ਪੁਰਸ਼ ਜਿਹੜਾ ਹੈ ਉਹ ਸਮਝੋ ਅਜੇ ਉਹਨਾਂ ਬੁਰਾਈਆਂ ਨੂੰ ਉਸਨੇ ਸਾਫ਼ ਨਹੀਂ ਕੀਤਾ। ਇਹ ਉਹਦੀ ਨਿਸ਼ਾਨੀ ਹੈ। ਕੋਈ ਵੱਡੇ ਤੋਂ ਵੱਡਾ ਵੀ ਆਪਣੇ ਆਪ ਨੂੰ ਗੁਰਮੁਖ ਖਵਾਏ, ਜੇ ਉਹਦੇ ਅੰਦਰ ਇਹ ਚੀਜ਼ਾਂ ਪ੍ਰਗਟ ਰੂਪ ਚ ਮਿਲਦੀਆਂ ਹਨ ਤਾਂ ਉਹਦਾ ਵਸਾ ਨਾ ਕਰੋ, ਅਜੇ ਉਹਦਾ ਕੰਮ ਜਿਹੜਾ ਹੈ ਬਣਿਆ ਨਹੀਂ। ਫਿਰ ਕੀ ਕਹਿੰਦੇ ਹਨ ਅੱਗੇ ਸੁਣ। ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ, ਅੱਠ ਸੱਠ ਤੀਰਥ ਸਗਲ ਪੁਨ, ਜੀਤਿਆ ਪਰਵਾਨ। ਹੁਣ ਗੁਰੂ ਸਾਹਿਬ ਸਮਝਾ ਰਹੇ ਹਨ ਪਿਆਰੀ ਸਾਧ ਸੰਗਤ, ਜਿਹੜਾ ਅੰਦਰੋਂ ਕਾਮ ਮੁਕਾ ਬੈਠਾ, ਲੋਭ ਹੰਕਾਰ ਮੁਕਾ ਬੈਠਾ, ਜ਼ਿਦਾ ਸਾੜੇ ਮੁਕਾ ਬੈਠਾ, ਜਿਹੜਾ ਸੱਚਾ ਸੁੱਚਾ ਹੋ ਗਿਆ ਹੈ ਔਰ ਸੱਚਾ ਸੁੱਚਾ ਹੋ ਕੇ ਸੰਸਾਰ ਤੇ ਚੱਲਦਾ ਹੈ, ਸਾਰਾ ਸੰਸਾਰ ਉਸ ਦੀ ਉਸਤਤ ਕਰਦਾ ਹੈ, ਸਭ ਸੰਸਾਰ ਉਸ ਦੀ ਵਡਿਆਈ ਕਰਦਾ ਹੈ। ਉਹ ਕਿਉਂਕਿ ਸੱਚੇ ਮਾਰਗ ਉੱਤੇ ਤੁਰਿਆ ਜਾ ਰਿਹਾ। ਕਹਿੰਦੇ ਸਾਰਾ ਜਹਾਨ ਉਸ ਦੀ ਉਸਤਤ ਔਰ ਸੋਭਾ ਕਰ ਰਿਹਾ ਹੈ। ਕਹਿੰਦੇ ਐਸਾ ਪੁਰਸ਼ ਜਿਹੜਾ ਹੈ 68 ਤੀਰਥਾਂ ਦਾ ਫਲ ਜਿਹੜਾ ਹੈ, ਜਿਹੜਾ ਕਿ ਉਸਨੇ ਆਪਣੀ ਆਤਮਾ ਨੂੰ ਕਾਲ ਦੇ ਪੰਜੇ ਤੋਂ ਬਚਾ ਕੇ ਸੱਚੇ ਮਾਰਗ ਦੇ ਉੱਤੇ ਜੋੜ ਕੇ ਉਸ ਰਸਤੇ ਉੱਤੇ ਪੈ ਕੇ ਆਪਣੇ ਘਰ ਪਹੁੰਚਣ ਦਾ ਨਿਸ਼ਾਨਾ ਜਿਸ ਨੇ ਬਣਾ ਲਿਆ ਹੈ, ਕਹਿੰਦੇ ਨੇ ਉਹ ਜਿਹੜਾ ਹੈ, ਕਹਿੰਦੇ ਉਹ ਇਹਨਾਂ ਚੀਜ਼ਾਂ ਤੋਂ, ਇਹਨਾਂ ਦੋਸ਼ਾਂ ਤੋਂ ਸਾਰਿਆਂ ਤੋਂ ਬਰੀ ਹੋ ਗਿਆ। ਉਹ ਉਸ ਨੂੰ ਸੱਚੇ ਇਸ਼ਨਾਨ ਦਾ ਜਿਹੜਾ ਫਲ ਹੈ ਪ੍ਰਾਪਤ ਹੋ ਗਿਆ, ਉਹਨੂੰ 68 ਤੀਰਥਾਂ ਦਾ ਫਲ ਜਿਹੜਾ ਹੈ ਪ੍ਰਾਪਤ ਹੋ ਗਿਆ, ਜਿਸ ਨੇ ਆਪਣੀ ਆਤਮਾ ਕਾਲ ਦੇ ਪੰਜੇ ਚੋਂ ਬਚਾ ਲਈ ਗੁਰੂ ਦੀ ਮਿਹਰਬਾਨੀ ਨਾਲ, ਗੁਰੂ ਦੀ ਦਇਆ ਦੇ ਨਾਲ, ਜਿਸ ਨੇ ਬਚਾ ਕੇ ਸੱਚੇ ਮਾਰਗ ਉੱਤੇ ਆਪਣੀ ਆਤਮਾ ਨੂੰ ਤੋਰ ਦਿੱਤਾ। ਉਸ ਨੇ ਵੱਡੇ ਤੋਂ ਵੱਡਾ ਪੁੰਨ ਜਿਹੜਾ ਇਹ ਖੱਟਿਆ ਕਿ ਆਪਣੀ ਆਤਮਾ ਜਿਹੜੀ ਸੀ ਕਾਲ ਦੇ ਹੱਥੋਂ ਬਚਾ ਲਈ। ਇਸ ਤੋਂ ਵੱਡਾ ਪੁੰਨ ਜਿਹੜਾ ਹੈ ਹੋਰ ਕੋਈ ਨਹੀਂ ਜੀ। ਜਿਸ ਨੂੰ ਦੇਵੇ ਦਇਆ ਕਰ
ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਹੁਣ ਗੁਰੂ ਪਾਸੋਂ ਉਹ ਸੱਚਾ ਮਾਰਗ ਜਿਹੜਾ ਹੈ, ਸੱਚਾ ਮਾਰਗ ਹੈ ਜਿਸ ਉੱਤੇ ਗੁਰੂ ਸਿੱਖ ਨੂੰ ਤੋਰਦਾ ਹੈ। ਕਹਿੰਦੇ ਨੇ ਜਿਸ ਨੂੰ ਉਹ ਪ੍ਰਾਪਤ ਗੁਰੂ ਪਾਸੋਂ ਹੋ ਗਿਆ, ਸਮਝੋ ਉਸਨੇ ਗੁਰੂ ਦੀ ਦਇਆ ਪ੍ਰਾਪਤ ਕਰ ਲਈ, ਉਸਨੇ ਗੁਰੂ ਦੀ ਰਹਿਮਤ ਲੈ ਲਈ, ਕਬੂਲ ਕਰ ਲਈ। ਔਰ ਐਸਾ ਪੁਰਸ਼ ਜਿਹੜਾ ਹੈ ਫਿਰ ਕਹਿੰਦੇ ਨੇ ਫਿਰ ਉਹ ਕੁਰਾਹੇ ਕਿਸ ਤਰ੍ਹਾਂ ਪੈ ਸਕਦਾ ਹੈ, ਫਿਰ ਉਹ ਦੁਨੀਆ ਦੇ ਉੱਤੇ ਸਮਝ ਲਓ ਕਿਸ ਤਰ੍ਹਾਂ ਧੋਖਾ ਖਾ ਸਕਦਾ ਹੈ, ਫਿਰ ਕਹਿੰਦੇ ਨੇ ਉਹ ਐਬਾਂ ਪਾਪਾਂ ਵਿੱਚ ਕਿਸ ਤਰ੍ਹਾਂ ਜਾ ਸਕਦਾ ਹੈ। ਉਸਨੇ ਇਸ ਮਹੀਨੇ ਦੇ ਸੱਚੇ ਇਸ਼ਨਾਨ ਦਾ ਫਲ ਜਿਹੜਾ ਹੈ ਉਸਨੇ ਪ੍ਰਾਪਤ ਕਰ ਲਿਆ। ਇਹਦਾ ਨਾਂ ਸੱਚਾ ਇਸ਼ਨਾਨ ਜੇ। ਬਾਹਰ ਭਟਕਣਾ, ਥਾਂ ਥਾਂ ਭੱਜੇ ਫਿਰਨਾ, ਰੁਪਏ ਪੈਸੇ ਦਾ ਜ਼ਾਇਆ ਕਰਨਾ, ਹੰਕਾਰ ਮਨ ਤੇ ਲਿਆਉਣਾ, ਬੈਲਾਂ ਹੋਰ ਚੜਾਉਣੀਆਂ, ਕਹਿੰਦੇ ਨੇ ਨਾਮ ਸਿਮਰਨ ਤੋਂ ਜਿਹੜਾ ਬਚਣਾ, ਸਾਧੂਆਂ ਦੀ ਸੰਗਤ ਤੋਂ ਬਚਣਾ, ਇਹ ਕਿੰਨੀ ਮਾੜੀ ਗੱਲਬਾਤ ਹੈ। ਜਿਹੜਾ ਪੁਰਸ਼ ਇਸ ਪਾਸੇ ਨਹੀਂ ਜਾਂਦਾ ਤੇ ਬਾਹਰ ਇਸ ਤਰੀਕੇ ਨਾਲ ਆਪਣਾ ਵਕਤ ਜ਼ਾਇਆ ਕਰ ਰਿਹਾ ਹੈ, ਇਸ ਦਾ ਨਾਂ ਸੱਚਾ ਇਸ਼ਨਾਨ ਜੇ। ਇਹ ਪਿਆਰੀ ਸਾਧ ਸੰਗਤ, ਜੇ ਤੁਸੀਂ ਇਸ ਮਹੀਨੇ ਦਾ ਜਿਹੜਾ ਅੱਜ ਚੜਿਆ ਹੈ ਫਲ ਕੱਟਣਾ ਹੈ ਤਾਂ ਆਪਣੇ ਆਤਮ ਤੀਰਥ ਵੱਲ ਧਾਈ ਕਰੋ, ਆਤਮ ਤੀਰਥ ਵੱਲ ਪਹੁੰਚੋ। ਉਹ ਆਤਮ ਤੀਰਥ ਤੁਹਾਡੇ ਇੱਥੇ ਹੈ। ਪਹਿਲਾਂ ਗੁਰੂ ਦੇ ਚਰਨਾਂ ਦੀ ਧੂੜ ਮਿਲੇਗੀ ਜਿਹਦੇ ਵਿੱਚ ਤੁਸੀਂ ਇਸ਼ਨਾਨ ਕਰੋਗੇ, ਫਿਰ ਆਤਮ ਤੀਰਥ 'ਚ ਟੁੱਬੀ ਲਾਓਗੇ, ਜਨਮਾਂ ਜਨਮਾਂਤਰਾਂ ਦੀਆਂ ਮੈਲਾਂ ਨਿਕਲ ਜਾਣਗੀਆਂ। ਇਹ ਇਸ ਮਹੀਨੇ ਦਾ ਫਲ ਹੈ। ਜੇ ਪਾਰ ਭਟਕੋਗੇ ਕੁਛ ਪ੍ਰਾਪਤ ਨਹੀਂ ਹੋਏਗਾ ਜੀ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਗ ਸੁੱਚੇ ਤੇ ਕਾਢੀਐ ਜਿਨ ਪੂਰਾ ਕੁਰ ਮਿਹਰਬਾਨ। ਮਾਗ ਸੁੱਚੇ ਸੇ ਕਾਢੀਐ ਜਿਨ ਪੂਰਾ ਕੁਰ ਮਿਹਰਬਾਨ। ਹੁਣ ਇਹ ਗੁਰੂ ਸਾਹਿਬ ਨੇ ਸਰਟੀਫਿਕੇਟ ਦੇ ਦਿੱਤਾ ਹੈ। ਇਹ ਪਿਆਰੇ ਗੁਰਸਿੱਖੋ, ਭਲਾ ਕੱਢੋ ਆਪਣੇ ਆਪ ਵਿੱਚ ਤੁਸੀਂ ਕਿੰਨੇ ਕੁ ਸੁੱਚੇ ਜੇ ਜਿਹੜੇ ਨਹਾ ਕੇ ਇਸ ਤੀਰਥ ਤੇ ਨਹਾ ਕੇ ਸੁੱਚੇ ਹੋ ਗਏ ਜੇ। ਬਾਹਾਂ ਖੜੀਆਂ ਕਰੋ, ਕਿੰਨੇ ਕੁ ਸੁੱਚੇ ਬੈਠੇ। ਕੌਣ ਬਾਹਾਂ ਖੜੀਆਂ ਕਰੇ? ਸਭ ਨੇ ਸਿਰ ਨੀਵੇਂ ਪਾ ਲਏ। ਤੋ ਜਿਹੜਾ ਇਸ ਤੀਰਥ ਤੇ ਨਹਾਵੇਗਾ ਔਰ ਇਸ ਤੀਰਥ ਤੇ ਨਹਾ ਕੇ ਸੁੱਚਾ ਹੋਵੇਗਾ, ਉਹ ਹੀ ਸੁੱਚਾ ਹੋਵੇਗਾ ਜਿਹਦੇ ਤੇ ਗੁਰੂ ਮਿਹਰਬਾਨ ਹੋ ਗਿਆ ਹੋਵੇਗਾ। ਗੁਰੂ ਸਾਹਿਬ ਫਰਮਾ ਰਹੇ ਹਨ ਕਿ ਜੇ ਸੱਚਾ ਇਸ਼ਨਾਨ ਹੈ ਤਾਂ ਕਹਿੰਦੇ ਨੇ ਆਤਮਾ ਦਾ ਇਸ਼ਨਾਨ ਕਰਾਓ, ਮਨ ਦਾ ਇਸ਼ਨਾਨ ਕਰਾਓ। ਆਤਮਾ ਔਰ ਮਨ ਵਾਸਤੇ ਦੁਨੀਆ ਦੇ ਉੱਤੇ ਕੋਈ ਤੀਰਥ ਨਹੀਂ ਬਣਿਆ। ਆਤਮਾ ਔਰ ਮਨ ਵਾਸਤੇ ਜਿਹੜਾ ਤੀਰਥ ਬਣਿਆ ਹੈ ਉਹ ਸਾਡੀ ਦੇਹ ਦੇ ਵਿੱਚ ਹੀ ਬਣਿਆ ਹੈ। ਸਾਡੀ ਆਤਮਾ ਵੀ ਦੇਹ ਵਿੱਚ ਹੈ, ਸਾਡਾ ਮਨ ਵੀ ਦੇਹ ਅੰਦਰ ਹੈ। ਅੰਦਰ ਹੀ ਅੰਦਰ ਇਸ ਆਤਮਾ ਔਰ ਮਨ ਨੂੰ ਉਸ ਤੀਰਥ 'ਚ ਇਸ਼ਨਾਨ ਕਰਾ ਕੇ ਅਗਰ ਸੁੱਚੇ ਹੋ ਸਕਦੇ ਹਾਂ ਤਾਂ ਕਹਿੰਦੇ ਇਸ ਢੰਗ ਨਾਲ ਸੁੱਚੇ ਹੋ ਸਕਦੇ। ਤਨ ਧੋਤੇ ਮਨ ਹੱਛਾ ਨਾ ਹੋਵੇ। ਜਿਹੜੇ ਤੁਸੀਂ ਪਿੰਡਾਂ ਦਿਨ ਰਾਤ ਧੋ ਰਹੇ ਜੇ ਤੇ ਸੋਚ ਰਹੇ ਜੇ ਵੀ ਸਾਡੀਆਂ ਮੈਲਾਂ ਨਿਕਲ ਰਹੀਆਂ ਨੇ, ਪਿੰਡੇ ਦੀਆਂ ਮੈਲਾਂ ਬੇਸ਼ੱਕ ਸਾਰੀ ਜ਼ਿੰਦਗੀ ਕੱਢਦੇ ਰਹੋ, ਇਹ ਫਿਰ ਵੀ ਨਹੀਂ ਨਿਕਲਦੀਆਂ। ਪਰ ਪਿੰਡਾਂ ਧੋਣ ਨਾਲ ਅੱਜ ਤੱਕ ਕਿਸੇ ਦਾ ਮਨ ਸੁੱਚਾ ਨਹੀਂ ਹੋ ਸਕਿਆ। ਇਸ ਵਾਸਤੇ ਇਸ ਗਲਤਫਹਿਮੀ 'ਚ ਨਹੀਂ ਪੈਣਾ। ਜਿਹੜਾ ਆਤਮ ਤੀਰਥ ਹੈ ਉੱਥੇ ਧਾਈ ਕਰੋ, ਉੱਥੇ ਪਹੁੰਚੋ। ਰੋਜ਼ ਸਮਾਂ ਮਿਲਿਆ ਹੈ, ਉਹਦੇ 'ਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰੋ ਜੀ। ਜਿਸ ਨੂੰ ਦੇਵੈ